गुरु जी की साजी नवाजी गुरु गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारे वे जो आप सिमरन अभ्यास करते हैं, ये सिमरन इस करके करते हैं जिमें आप दिन के समय इस लोक दे विच कर्म करते हैं। कर्म करते हुए जिहड़ा तन है शरीर, ये तन दे उत्ते मैल चढ़ जाती, या जिहड़ा आपां कपड़ा पहनते हैं कपड़े ते मैल चढ़ जाती, मैला हो जाता। आप की करते हैं जिमें दिन के समय जीव कर्म करता, कोई नौकरी करता, कोई दिहाड़ी करता, कोई खेतीबाड़ी करता, तो जदों कर्म तो विहले हुंदे घर आउंदे ते ओह फिर आके इशनान कर लेंदे। इशनान करके वो कपड़े बदल लेंदे ते उन्हां दी थकान है जिहड़ी वो थोड़ी लथ जाती, मैल ले जाती। हुण इसे तरह ही अपना जिहड़ा मन है, मन भी थकदा, जिहड़ा साडा मन है मन दे उत्ते भी मैल चढ़दी। हुण मन दे उत्ते मैल चढ़दी है विचारां दी, हुरनियां दी। हुण जदों फिर आपां संगत रूप दे विच इकट्ठे हुंदे हां, आपां फिर इह सिमरन करके मन दा इशनान करदे हां, जिहदे नाल फिर अपने दिन दे विच जिहड़ी मन दे उत्ते मैल लगी हुंदी, सैंसे फिकरां दी, चिंतावां दी, जां कई बार साडे कंनां 'च इहो जी कोई गल पै जांदी, किसी दी निंदिया जी, वो साडे मन दे उत्ते मैल चढ़दी। सिमरन करके आवा फिर मन दी मैल नूं ला लैंदे हां ते साडा मन है जिहड़ा ये धोता जाता, इहदा इशनान हो जाता। महाराज फरमाउंदे आपां नूं इस प्रकार कर इशनान सिमर प्रभ अपना मन तन भई अरोगा।
कि ਜਦੋਂ ਆਪਾਂ ਸਿਮਰਨ ਕਰਦੇ ਹਾਂ ਸਾਡੇ ਮਨ ਦਾ ਇਸ਼ਨਾਨ ਹੁੰਦਾ, ਫਿਰ ਆਪਾਂ ਸ਼ਬਦ ਦੀ ਵਿਚਾਰ ਕਰਦੇ ਹਾਂ, ਇੱਕ ਜਣਾ ਕਰਦਾ ਆਪਾਂ ਧਿਆਨ ਨਾਲ ਸੁਣਦੇ ਹਾਂ। ਇਹਦੇ ਨਾਲ ਵੀ ਸਾਡਾ ਮਨ ਹੈ ਜਿਹੜਾ ਮਨ ਧੋਤਾ ਜਾਂਦਾ, ਸਾਡੇ ਮਨ ਤੇ ਮਨ ਦੇ ਤਨ ਦੀ ਜਿਹੜੀ ਮੈਲ ਉਹ ਮੈਲ ਉਤਰਦੀ। ਰਮਾਉਦੇ ਨੇ ਮਨ ਤਨ ਧੋਵੇ ਸ਼ਬਦ ਵਿਚਾਰੀ। ਜਦੋਂ ਆਪਾਂ ਸ਼ਬਦ ਦੀ ਵਿਚਾਰ ਕਰਦੇ ਹਾਂ, ਗੁਰਬਾਣੀ ਗੁਰੂ ਦੀ ਵਿਚਾਰ ਕਰਦੇ ਹਾਂ, ਇਹਦੇ ਨਾਲ ਸਾਡੇ ਮਨ ਦੀ ਮੈਲ ਉਤਰਦੀ, ਸਾਡਾ ਮਨ ਧੋਤਾ ਜਾਂਦਾ। ਤੇ ਜਦੋਂ ਸਾਡੇ ਮਨ ਦਾ ਇਸ਼ਨਾਨ ਹੋ ਜਾਏਗਾ, ਸਾਡੇ ਮਨ ਦੀ ਮੈਲ ਉਤਰ ਜਾਏਗੀ ਤੇ ਮਨ ਸਾਡਾ ਹਲਕਾ ਫੁਲਕਾ ਹੋ ਜਾਏਗਾ। ਇਹਦੇ ਆਪਦੇ ਆਪ ਨੂੰ ਸੁਖੀ ਤੇ ਆਨੰਦ ਮਹਿਸੂਸ ਕਰਦਾ। ਜੇ ਇਹਦਾ ਇਸ਼ਨਾਨ ਨਹੀਂ ਕਰਾਉਂਦੇ ਇਹਦੇ ਦੁਖੀ ਰਹਿੰਦਾ, ਅਸ਼ਾਂਤ ਰਹਿੰਦਾ। ਸੋ ਇਸ ਵਾਸਤੇ ਫਿਰ ਇਹ ਆਪਾਂ ਸਤ ਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ, ਤਾਂ ਕਿ ਦਿਨ ਦੇ ਸਮੇਂ ਇਸ ਲੋਕ 'ਚ ਵਿਚਰਦੇ ਹੋਏ ਜੋ ਸਾਡੇ ਮਨ ਤੇ ਮੈਲ ਲੱਗ ਗਈ ਜਾਣੇ ਅਣਜਾਣੇ ਵਿੱਚ, ਉਹ ਸਾਡੇ ਮਨ ਦੀ ਮੈਲ ਉਤਰ ਜਾਂਦੀ ਸਤਸੰਗ 'ਚ ਕਰਕੇ। ਹਾਂ, ਹੁਣ ਜੋ ਆਪਾਂ ਪਿਛਲੇ ਕੁਝ ਸਮੇਂ ਤੋਂ ਜੋ ਆਪਾਂ ਨੂੰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਉਪਦੇਸ਼ ਦੇ ਰਹੇ, ਜੋ ਸਾਨੂੰ ਭੇਜ ਦੇ ਰਹੇ। ਕੱਲ੍ਹ ਆਪਾਂ 13 ਅਸ਼ਟਪਦੀਆਂ ਤੱਕ ਵਿਚਾਰ ਕੀਤੀ ਸੀ। ਇਸ ਤੋਂ ਅੱਗੇ ਸ਼ਲੋਕ ਤੇ 14ਵੀਂ ਅਸ਼ਟਪਦੀ ਜੋ ਆਪਾਂ ਨੂੰ ਫਿਰ ਸਤਿਗੁਰੂ ਭੇਜ ਦੇ ਰਹੇ, ਇਹਦੇ ਵਿੱਚ ਅਰਮਾਨ ਕਰਦੇ ਸ਼ਲੋਕ ਤਜੋ ਸਿਆਨਪ ਸਰਜਨ ਹੋ ਸਿਮਰੋ ਹਰਿ ਹਰਿ ਰਾਈ। ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਈ। ਹੁਣ ਮਨ ਨੂੰ ਸਮਝਾਉਂਦੇ ਬਈ ਤੂੰ ਆਪਦੀ ਸਿਆਣਪ, ਆਪਦੀ ਮੱਤ ਜਿਹੜੀ ਇਸ ਨੂੰ ਛੱਡ ਦੇ। ਆਪਦੀ ਮੱਤ ਸਿਆਣਪ ਛੱਡ ਕੇ ਕੀ ਕਰੋ, ਉਸ ਪਰਮਾਤਮਾ ਨਿਰੰਕਾਰ ਦਾ ਸਿਮਰਨ ਕਰੋ ਜੋ ਇਹ ਆਪਾਂ ਕਰ ਰਹੇ। ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਾਂਗੇ, ਵਾਹਿਗੁਰੂ ਦਾ ਸਿਮਰਨ ਕਰਾਂਗੇ, ਫਿਰ ਸਾਨੂੰ ਕਹਿੰਦੇ ਵੀ ਉਹਦੇ ਇੱਕ ਤੇ ਉੱਤੇ ਆਸ ਰੱਖੋ। ਜਦੋਂ ਅਸੀਂ ਉਹਦੇ ਤੇ ਆਸ ਰੱਖਾਂਗੇ ਤੇ ਸਾਡੇ ਜਿਹੜੇ ਦੁੱਖ ਭਰਮ, ਸਾਡੇ ਡਰ, ਇਹ ਸਭ ਖਤਮ ਹੋ ਜਾਣਗੇ। ਸਾਡਾ ਜੋ ਮਨ ਸਹਿੰਸੇ ਫਿਕਰਾਂ ਚਿੰਤਾਵਾਂ 'ਚ ਜਾਂਦਾ, ਇਹ ਸਾਡਾ ਮਨ ਫਿਰ ਜਾਣੋਂ ਹਟ ਜਾਏਗਾ, ਇਹ ਸਥਿਰ ਹੋ ਜਾਏਗਾ। ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਬਈ ਸਾਡੀ ਆਪਣੀ ਮੱਤ ਹੈ ਜਿਹੜੀ, ਸਾਡੀ ਆਪਣੀ ਸੋਚ, ਸਾਡੀ ਆਪਣੀ ਸਿਆਣਪ, ਇਹੋ ਸਾਡੇ ਲਈ ਦੁੱਖਾਂ ਦਾ ਕਾਰਨ ਬਣੀ ਪਈ ਹੈ। ਹੁਣ ਜਦੋਂ ਆਪਾਂ ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਗੁਰੂ ਘਰ ਆਉਂਦੇ ਹਾਂ, ਇਸੇ ਆਪਾਂ ਆਉਣਾ ਹੁੰਦਾ ਗੁਰੂ ਦੀ ਮੱਤ ਲੈਣ ਵਾਸਤੇ, ਸਤਿਗੁਰਾਂ ਦੀ ਮੱਤ ਲੈਣ ਵਾਸਤੇ। ਹੁਣ ਜਦੋਂ ਆਪਾਂ ਗੁਰੂ ਦੀ ਮੱਤ ਲੈਣ ਵਾਸਤੇ ਆਉਂਦੇ ਤੇ ਆਪਾਂ ਨੂੰ ਫਿਰ ਦੱਸਦੇ ਕਿ ਜੇ ਤੁਸੀਂ ਗੁਰੂ ਦੀ ਮੱਤ ਲੈਣੀ ਚਾਹੁੰਦੇ ਹੋ, ਇਹਦੇ ਵਿੱਚ ਜੋ ਸਭ ਤੋਂ ਵੱਡੀ ਰੁਕਾਵਟ ਹੈ ਵਿੱਚ, ਉਹ ਹੈ ਸਾਡੀ ਆਪਣੀ ਮੱਤ, ਸਾਡੀ ਆਪਣੀ ਸੋਚ, ਸਾਡੀਆਂ ਸਿਆਣਪਾਂ, ਸਾਡੀਆਂ ਚਤਰਾਈਆਂ। ਆਪਾਂ ਨੂੰ ਕਹਿੰਦੇ ਵੀ ਇਹ ਪਹਿਲਾਂ ਸਾਨੂੰ ਆਪਦੀ ਮੱਤ ਹੈ ਜਿਹੜੀ ਇਹ ਛੱਡਣੀ ਪਏਗੀ, ਤੇ ਨਾਲ ਹੀ ਸਾਨੂੰ ਇਹ ਵੀ ਦੱਸਦੇ ਵੀ ਇਹ ਆਪਦੀ ਮੱਤ ਛੱਡਣੀ ਔਖੀ, ਕਠਿਨ। ਮਾਰੇ ਫਰਮਾਉਂਦੇ ਮਨ ਕੀ ਮਤ ਤਿਆਗੋ ਹਰ ਜਨ, ਇਹਾਂ ਬਾਤ ਕਠੈਨੀ।
ਹੁਣ ਮਾਰੇ ਕਹਿੰਦੇ ਵੀ ਕਠਨ ਨੇ, ਆਪਦੀ ਮੱਤ ਛੱਡਣੀ, ਆਪਦੀ ਸਿਆਣਪ ਛੱਡਣੀ। ਇਹ ਰਾਵਾ ਪੁੱਛਦੇ ਵੀ ਛੱਡੀ ਕਿਵੇਂ ਜਾਵੇ। ਇਹ ਰਾਵਾ ਨੂੰ ਦੱਸਦੇ ਵੀ ਉਹਦੇ ਵਾਸਤੇ ਤੁਹਾਨੂੰ ਸਿਮਰਨ ਕਰਨਾ ਪਏਗਾ। ਜਦੋਂ ਅਸੀਂ ਇਹ ਸਿਮਰਨ ਕਰਾਂਗੇ, ਸਾਡੀ ਆਪਣੀ ਮੱਤ, ਸਾਡੀ ਸੋਚ, ਸਿਆਣਪ ਫਿਰ ਹੀ ਖਤਮ ਹੋਣੀ। ਇਹ ਰਾਵਾ ਪੁੱਛਦੇ ਵੀ ਕਿੰਨਾ ਸਮਾਂ ਸਿਮਰਨ ਕਰਨਾ ਪਊ ਸਾਨੂੰ। ਸਤਿਗੁਰੂ ਕਹਿੰਦੇ ਦਿਨ ਵੀ ਦਿਨ ਰਾਤ ਕਰਨਾ ਪਏਗਾ, ਫਿਰ ਤੁਹਾਡੀ ਜਿਹੜੀ ਇਹ ਸਿਆਣਪ ਇਹ ਖਤਮ ਹੋਣੀ। ਫਿਰ ਸਾਨੂੰ ਗੁਰੂ ਤੇ ਸਤਿਗੁਰ ਦੀ ਮੱਤ ਆਉਣੀ। ਮਹਾਰਾਜ ਕਹਿੰਦੇ ਮਨ ਕੀ ਮਤ ਤੇ ਆਗੋ ਹਰ ਜਾਨਾ, ਇਹਾਂ ਬਾਤ ਕਠੈਨੀ, ਅੰਦਨ ਹਰ ਹਰ ਨਾਮ ਤੇ ਆਗੋ, ਗੁਰ ਸਤਿਗੁਰ ਕੀ ਮਤ ਲੈਣੀ। ਵੀ ਜੇ ਅਸੀਂ ਚਾਹੁੰਦੇ ਹਾਂ ਸਤਿਗੁਰ ਦੀ ਮੱਤ ਲੈਣੀ, ਤੇ ਉਹਦੇ ਵਾਸਤੇ ਕਹਿੰਦੇ ਫਿਰ ਇਹ ਸਿਮਰਨ ਕਰਨਾ ਪਊ, ਜੋ ਇਹ ਆਪਾਂ ਕਰਦੇ ਹਾਂ। ਜਿਉਂ-ਜਿਉਂ ਹੁਣ ਆਪਾਂ ਇਹ ਸਿਮਰਨ ਕਰਾਂਗੇ, ਅਭਿਆਸ ਵਧਾਵਾਂਗੇ, ਸਾਡੀ ਆਪਣੀ ਸੋਚ, ਸਾਡੀਆਂ ਸਿਆਣਪਾਂ ਖਤਮ ਹੋਣਗੀਆਂ, ਫਿਰ ਸਾਨੂੰ ਗੁਰੂ ਦੀ ਤੇ ਸਤਿਗੁਰ ਦੀ ਮੱਤ ਆਉਣੀ। ਜਦ ਤੱਕ ਅਸੀਂ ਆਪਦੀ ਸਿਆਣਪ ਨਹੀਂ ਛੱਡਦੇ, ਉਹਨਾਂ ਸਮਾਂ ਸਾਨੂੰ ਗੁਰੂ ਦੀ ਮੱਤ ਆਉਂਦੀ ਨਹੀਂ। ਸੋ ਇਸ ਵਾਸਤੇ ਫਿਰ ਇਹ ਜਿਹੜਾ ਗੁਰਬਾਣੀ ਗੁਰੂ 'ਚ ਰਸਤਾ ਦੱਸਿਆ, ਇਹ ਸੰਸਾਰ ਦੇ ਨਾਲੋਂ ਉਲਟ ਹੈ। ਸੰਸਾਰ ਦਾ ਜਿਹੜਾ ਖੇਲ ਉਹ ਪੁੱਠਾ ਚੱਲਦਾ, ਤੇ ਗੁਰਬਾਣੀ ਗੁਰੂ 'ਚ ਆਪਾਂ ਨੂੰ ਸਿੱਧਾ ਦੱਸੇ। ਪਰ ਜੀਵ ਸੰਸਾਰ ਦੇ ਵਿੱਚ ਆਪਦੀ ਮੱਤ ਵਰਤਦਾ ਹੋਣ ਕਰਕੇ ਉਹ ਫਿਰ ਪੁੱਠੇ ਰਸਤੇ ਤੇ ਚੱਲਦਾ। ਜੋ ਗੁਰਬਾਣੀ ਗੁਰੂ ਦੱਸਦੇ ਉਹ ਮਾਰਗ ਨਹੀਂ ਅਖਤਿਆਰ ਕਰਦਾ। ਜੋ ਧਾਮ ਦਾ ਮਾਰਗ ਹੈ, ਜਿਹੜਾ ਅੱਗੇ ਜੂਨਾਂ 'ਚ ਜਾਂਦਾ, ਉਹਦੇ ਤੇ ਚੱਲਦਾ, ਤੇ ਉਹਦੇ ਉੱਤੇ ਫਿਰ ਚੱਲਦਾ ਹੋਇਆ ਆਪਦੀ ਮੱਤ ਵਰਤਦਾ। ਫਿਰ ਆਪਦੀ ਮੱਤ ਵਰਤਦਾ ਕਰਕੇ ਦੁਖੀ ਹੈ, ਆਪਦੀ ਮੱਤ ਵਰਤਦਾ ਕਰਕੇ ਇਹਦੇ ਸੰਸਾਰ ਦੇ ਵਿੱਚ ਵੈਰ ਵਿਰੋਧ ਕਰਦਾ, ਈਰਖਾ ਕਰਦਾ, ਨਫ਼ਰਤ ਕਰਦਾ, ਹਉਮੈ ਹੰਕਾਰ ਵਿੱਚ ਜਾਂਦਾ। ਸੋ ਇਸ ਲਈ ਫਿਰ ਕਹਿੰਦੇ ਵੀ ਆਪਦੀ ਮੱਤ, ਆਪਦੀ ਜਿਹੜੀ ਸਿਆਣਪ ਇਹਨੂੰ ਛੱਡੋ ਤੇ ਗੁਰੂ ਦੀ ਮੱਤ ਦੁਆਰਾ ਪਰਮਾਤਮਾ ਦਾ ਸਿਮਰਨ ਕਰੋ, ਇੱਕ ਦੇ ਉੱਤੇ ਆਸ ਰੱਖੋ, ਤੇ ਸਾਡੇ ਜਿਹੜੇ ਦੁੱਖ ਭਰਮ ਨੇ ਇਹ ਸਾਰੇ ਖਤਮ ਹੋ ਜਾਣਗੇ। ਫਿਰ ਮਾਰੇ ਫਰਮਾਉਂਦੇ ਅਸ਼ਟਪਦੀ, ਮਾਨਕ ਕੀ ਟੇਕ ਬਿਰਤੀ ਸਭ ਜਾਨ, ਦੇਵਨ ਕੋ ਏਕੇ ਭਗਵਾਨ। ਮਹਾਰਾਜ ਕਹਿੰਦੇ ਵੀ ਕਿਸੇ ਜੀਵ ਦੇ ਉੱਤੇ, ਮਾਨਕ ਦੇ ਉੱਤੇ ਜਿਹੜੀ ਤੁਹਾਡੀ ਟੇਕ ਲਾਈ ਉਹ ਤੁਸੀਂ ਵਿਅਰਥ ਸਮਝੋ। ਵੀ ਜੇ ਅਸੀਂ ਸਮਝਦੇ ਹਾਂ ਵੀ ਸਾਨੂੰ ਇਸ ਸੰਸਾਰ ਦੇ ਵਿੱਚ ਕਿਸੇ ਜੀਵ ਨੂੰ ਸੁੱਖ ਮਿਲੇਗਾ, ਜਾਂ ਅਸੀਂ ਇਹ ਜੀਵ ਹੈ ਜਿਹੜਾ ਸਾਨੂੰ ਕੁਝ ਦੇ ਸਕਦਾ, ਦੇਣ ਵਾਲਾ ਇੱਕੋ ਭਗਵਾਨ ਪਰਮਾਤਮਾ, ਹੋਰ ਸਾਨੂੰ ਕੋਈ ਕੁਝ ਦੇ ਸਕਦਾ ਨਹੀਂ ਹੈ। ਕਿਉਂਕਿ ਜੋ ਸਾਡਾ ਮਾਤਾ ਪਿਤਾ ਉਹ ਸਾਨੂੰ ਸਵਾਸ ਦੇ ਕੇ ਜਿਉਂਦਾ ਰੱਖ ਰਹੇ, ਸਵਾਸਾਂ ਦੀ ਗਰਾਹੀ ਦੇ ਰਹੇ। ਆਪਾਂ ਨੂੰ ਕਹਿੰਦੇ ਵੀ ਤੁਸੀਂ ਇਹ ਭਰਮ 'ਚ ਨਾ ਰਹੋ ਵੀ ਤੁਸੀਂ ਕਿਸੇ ਨੂੰ ਕੁਝ ਦੇ ਸਕਦੇ। ਜ਼ਿਆਦਾ ਤੁਸੀਂ ਕਿਸੇ ਨੂੰ ਆਖੋ ਵੀ ਅਸੀਂ ਸਵਾਸ ਦੇ ਕੇ ਜਿਉਂਦਾ ਰੱਖ ਸਕਦੇ, ਤੁਹਾਡੇ ਹੱਥ ਵੱਸ ਹੈ ਵੀ ਕਿਸੇ ਨੂੰ ਸਵਾਸ ਦੇਣੇ। ਹੁਣ ਜੇ ਤੁਸੀਂ ਕਿਸੇ ਨੂੰ ਸਵਾਸ ਦੇ ਕੇ ਜਿਉਂਦਾ ਨਹੀਂ ਰੱਖ ਸਕਦੇ, ਤੇ ਫਿਰ ਇਹ ਮਤ ਜਾਣੋ ਵੀ ਤੁਸੀਂ ਕਿਸੇ ਨੂੰ ਕੁਝ ਹੋਰ ਵੀ ਦੇ ਸਕਦੇ। ਜੋ ਮਾਲਕ ਸਵਾਸ ਦੇ ਕੇ ਜਿਉਂਦਾ ਰੱਖ ਰਹੇ, ਉਹੀਓ ਸਾਡੀ ਪਾਲਣਾ ਪੋਸ਼ਣਾ ਕਰਦਾ, ਉਹੀਓ ਫਿਰ ਸਾਨੂੰ ਸਾਰਾ ਕੁਝ ਸਾਡੇ ਮਨ ਦੀਆਂ ਤਨ ਦੀਆਂ ਲੋੜਾਂ ਜਿਹੜੀਆਂ ਉਹ ਪੂਰੀਆਂ ਕਰਨ ਵਾਲਾ।
ਇਸ ਲਈ ਮਹਾਰਾਜ ਕਹਿੰਦੇ ਦੇਵਨ ਕੋ ਇੱਕੇ ਭਗਵਾਨ, ਵੀ ਦੇਣ ਵਾਲਾ ਦਾਤਾ ਇੱਕੋ ਹੀ ਹੈ ਮਾਲਕ, ਕਿਸੇ ਬੰਦੇ ਦੇ ਹੱਥ ਨਹੀਂ, ਕਿਸੇ ਹੋਰ ਜੀਵ ਦੇ ਹੱਥ ਨਹੀਂ ਹੈ। ਇਹਦਾ ਸਿਰਫ ਸਾਨੂੰ ਭਰਮ ਪਿਆ ਹੁੰਦਾ ਹੈ ਸੰਸਾਰ ਦੇ ਵਿੱਚ, ਵੀ ਅਸੀਂ ਕਰਦੇ, ਵੀ ਸਾਡਾ ਦਿੱਤਾ ਵੀ ਖਾਂਦਾ ਹੈ, ਜਾਂ ਕਿਸੇ ਦਾ ਦਿੱਤਾ ਹੋਇਆ ਅਸੀਂ ਖਾਂਦੇ। ਇਹ ਸਾਨੂੰ ਭਰਮ ਹੈ। ਨਾ ਤਾਂ ਕੋਈ ਕਿਸੇ ਨੂੰ ਦਿੰਦਾ ਹੈ ਤੇ ਨਾ ਹੀ ਕੋਈ ਕਿਸੇ ਤੋਂ ਲੈਂਦਾ ਹੈ। ਇਹ ਸਭ ਦੇਣ ਵਾਲਾ ਮਾਲਕ ਆਪ ਹੀ, ਪਰਮਾਤਮਾ ਨਿਰੰਕਾਰ। ਸਾਰੇ ਉਹਦੇ ਮੰਗਤੇ, ਇਹ ਸਾਰੇ ਉਹ ਤੋਂ ਹੀ ਮੰਗਦੇ ਨੇ। ਮਹਾਰਾਜ ਕਹਿੰਦੇ ਸਭ ਜਾਚਕ ਤੂੰ ਏਕੋ ਦਾਤਾ, ਮੰਗੇ ਹੱਥ ਬਸਾਰੀ। ਇਹ ਦਾਤਾ ਇੱਕੋ ਹੀ ਹੈ ਮਾਲਕ, ਸਾਰੇ ਉਹਦੇ ਦਰ ਦੇ ਮੰਗਤੇ ਤੇ ਸਭ ਉਸ ਤੋਂ ਹੀ ਮੰਗਦੇ। ਇਸ ਵਾਸਤੇ ਫਿਰ ਕਹਿੰਦੇ ਵੀ ਕਿਸੇ ਜੀਵ ਦੇ ਵੱਸ ਨਹੀਂ ਹੈ ਕਿ ਉਹ ਸਾਨੂੰ ਸਾਡੇ ਮਨ ਦੀ ਜਿਹੜੀ ਖੁਰਾਕ ਅੰਮ੍ਰਿਤ ਰਸ ਉਹ ਦੇ ਸਕੇ, ਜਾਂ ਸਾਨੂੰ ਕੋਈ ਨਾਮ ਰਤਨ ਦੇ ਸਕੇ। ਕਿਸੇ ਬੰਦੇ ਵੱਸ ਨਹੀਂ ਵੀ ਉਹ ਸਾਨੂੰ ਨਾਮ ਦੇ ਦੇ। ਨਾਮ ਮਾਲਕ ਦੇ ਵੱਸ ਹੈ, ਪਰਮਾਤਮਾ ਜੀ। ਸਾਡੇ ਮਨ ਦਾ ਭੋਜਨ ਅੰਮ੍ਰਿਤ ਰਸ ਉਹ ਮਾਲਕ ਨੇ ਦੇਣਾ। ਜਾਣੀ ਦੀ ਸਾਡੇ ਮਨ ਨੂੰ ਸਾਰੀਆਂ ਸੁੱਖ ਸਹੂਲਤਾਂ ਪਰਮਾਤਮਾ ਨੇ ਦੇਣੀਆਂ। ਇਹ ਮਹਾਰਾਜ ਅੱਗੇ ਦੱਸਦੇ, ਜੈਸ ਕਹਿ ਦੀਏ ਰਹੇ ਅਗਾਏ, ਬਾਹਰ ਨਾ ਤ੍ਰਿਸ਼ਨਾ ਲਾਗੇ ਆਈ। ਬਈ ਮਾਲਕ ਪਰਮਾਤਮਾ ਜਿਹਦੇ ਦਿੱਤੇ ਤੋਂ ਸਾਨੂੰ ਰੱਜ ਆਉਣਾ, ਸਾਡੇ ਮਨ ਨੇ ਰੱਜ ਜਾਣਾ, ਸਾਡੇ ਮਨ ਨੂੰ ਸਬਰ ਸੰਤੋਖ ਆ ਜਾਣਾ, ਸਾਡੇ ਮਨ ਦੀ ਤ੍ਰਿਪਤੀ ਹੋ ਜਾਣੀ ਤੇ ਮੁੜ ਕੇ ਸਾਡੇ ਲਾਗੇ ਤ੍ਰਿਸ਼ਨਾ ਨੇ ਆਉਣਾ ਨਹੀਂ, ਤ੍ਰਿਸ਼ਨਾ ਸਾਡੇ ਅੰਦਰੋਂ ਖਤਮ ਹੋ ਜਾਣੀ। ਹੁਣ ਉਹ ਐਸੀ ਕਿਹੜੀ ਦਾਤ ਫਿਰ ਮਾਲਕ ਜਦੋਂ ਸਾਨੂੰ ਦਿੰਦੇ, ਜਿਹਦੇ ਨਾਲ ਸਾਡੇ ਮਨ ਦੀ ਭੁੱਖ ਵੀ ਖਤਮ ਹੋ ਜਾਂਦੀ, ਸਾਡੇ ਮਨ ਦੀ ਤ੍ਰਿਸ਼ਨਾ ਵੀ ਖਤਮ ਹੋ ਜਾਂਦੀ। ਇਹ ਉਹ ਹੈ ਨਾਮ ਦੀ ਦਾਤ। ਜਦੋਂ ਆਪਾਂ ਸਤਿਗੁਰਾਂ ਤੋਂ ਮੰਗਦੇ ਹਾਂ, ਮਾਲਕ ਦੇ ਸਨਮੁਖ ਹੁੰਦੇ ਹਾਂ, ਫਿਰ ਉਹ ਪਰਮਾਤਮਾ ਨਿਰੰਕਾਰ ਕਿਰਪਾ ਕਰਦੇ, ਸਾਨੂੰ ਫਿਰ ਨਾਮ ਦੀ ਦਾਤ ਦਿੰਦੇ। ਨਾਮ ਹੈ ਜੋ ਉਹੀ ਉਹ ਸਾਡੇ ਫਿਰ ਮਨ ਦਾ ਭੋਜਨ ਬਣ ਜਾਂਦਾ, ਸਾਡੇ ਮਨ ਦੀ ਖੁਰਾਕ। ਤੇ ਉਹ ਜਦੋਂ ਖੁਰਾਕ ਫਿਰ ਅਸੀਂ ਨਾਮ ਦੇ ਨਾਲ ਜੁੜਦੇ ਹਾਂ, ਨਾਮ ਦੇ ਵਿੱਚੋਂ ਅੰਮ੍ਰਿਤ ਜਲ ਆਉਂਦਾ, ਅੰਮ੍ਰਿਤ ਰਸ ਆਉਂਦਾ। ਉਹ ਅੰਮ੍ਰਿਤ ਜਲ ਆਉਣ ਦੇ ਨਾਲ ਸਾਡੇ ਮਨ ਦੀ ਜਿਹੜੀ ਤ੍ਰਿਪਤੀ ਹੋ ਜਾਂਦੀ, ਸਾਡੇ ਮਨ ਦੀ ਭੁੱਖ ਖਤਮ ਹੋ ਜਾਂਦੀ। ਮਾਰੇ ਫਰਮਾਉਂਦੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਵੀ ਜਿਨ੍ਹਾਂ ਨੇ ਨਾਮ ਨੂੰ ਆਪਣਾ ਆਧਾਰ ਆਸਰਾ ਬਣਾ ਲਿਆ, ਉਹਨਾਂ ਦੇ ਮਨ ਦੀ ਜਿਹੜੀ ਭੁੱਖ ਸੀ ਉਹ ਭੁੱਖ ਖਤਮ ਹੋ ਗਈ। ਇਹ ਨਾਮ ਦਿੱਤਾ ਕਿਹਨੇ? ਸਤਿਗੁਰ ਨੇ, ਪਰਮਾਤਮਾ ਨਿਰੰਕਾਰ ਨੇ। ਇਹ ਨਾਮ ਦੁਆਰਾ ਹੀ ਫਿਰ ਜਿਹੜੀ ਤ੍ਰਿਸ਼ਨਾ ਹੈ, ਤ੍ਰਿਸ਼ਨਾ ਵੱਝਦੀ, ਨਹੀਂ ਤਾਂ ਇਹ ਤ੍ਰਿਸ਼ਨਾ ਖਤਮ ਨਹੀਂ ਹੁੰਦੀ। ਮਹਾਰਾਜ ਕਹਿੰਦੇ ਤ੍ਰਿਸ਼ਨਾ ਬੁਝੈ ਹਰਿ ਕੇ ਨਾਮ, ਵੀ ਪਰਮਾਤਮਾ ਦੇ ਨਾਮ ਦੁਆਰਾ ਤ੍ਰਿਸ਼ਨਾ ਵੀ ਵੱਝ ਜਾਂਦੀ। ਨਹੀਂ ਤਾਂ ਸੰਸਾਰ ਦੇ ਵਿੱਚ ਇਹ ਤ੍ਰਿਸ਼ਨਾ ਜੀਵ ਦੀ ਖਤਮ ਹੁੰਦੀ ਹੋਈ ਨਹੀਂ। ਜੋ ਮਰਜ਼ੀ ਅਸੀਂ ਸੰਸਾਰ ਦੇ ਵਿੱਚ ਇਕੱਠਾ ਕਰੀ ਚੱਲੀਏ, ਤ੍ਰਿਸ਼ਨਾ ਖਤਮ ਨਹੀਂ ਹੋਣੀ, ਹੈ ਹੋਰ ਵੱਧਦੀ ਜਾਂਦੀ। ਜਿਵੇਂ ਤ੍ਰਿਸ਼ਨਾ ਆਉਂਦੀ ਅਗਨ ਸਾਗਰ ਰਜੋਗੁਣ ਦੇ ਵਿੱਚ, ਰਜੋਗੁਣ ਨੂੰ ਅਗਨ ਸਾਗਰ ਦਾ ਨਾਮ ਦਿੱਤਾ। ਜਿਵੇਂ ਅੱਗ ਦੇ ਵਿੱਚ ਜਿੰਨੀਆਂ ਮਰਜ਼ੀ ਲੱਕੜਾਂ ਪਾਈ ਚੱਲੋ, ਉਹ ਅੱਗ ਜਿਹੜੀ ਉਹਦੀ ਤ੍ਰਿਪਤੀ ਨਹੀਂ ਹੁੰਦੀ, ਉਹ ਰੱਜਦੀ ਨਹੀਂ। ਇਸੇ ਤਰ੍ਹਾਂ ਹੀ ਇਹ ਮਨ ਹੈ ਜਿਹੜਾ ਸੰਸਾਰ ਦੇ ਵਿੱਚ ਜਿੰਨਾ ਮਰਜ਼ੀ ਧਨ ਦੌਲਤ ਇਕੱਠੀ ਕਰ ਲਓ, ਜਿੰਨਾ ਮਰਜ਼ੀ ਸੰਸਾਰ ਦੀਆਂ ਸੁੱਖ ਸਹੂਲਤਾਂ ਇਕੱਠੀਆਂ ਕਰ ਲਓ,
ਜਿੰਨੀ ਮਰਜ਼ੀ ਸੰਸਾਰ ਦੇ ਵਿੱਚ ਵਾਹਵਾ ਖੱਟ ਲਓ, ਅਰੇ ਮਨ ਜਿਹੜਾ ਨੇ ਭੁੱਖਾ ਹੀ ਰਹਿਣਾ, ਇਹਦੀ ਤ੍ਰਿਸ਼ਨਾ ਨਹੀਂ ਖਤਮ ਹੋਣੀ, ਇਹਦੀ ਤ੍ਰਿਸ਼ਨਾ ਬੁੱਝਣੀ ਨਹੀਂ, ਗਾਂ ਦੀ ਗਾਂ ਹੋਰ ਅੱਗੇ ਦੀ ਅੱਗੇ ਵੱਧ ਹੀ ਜਾਣੀ। ਤਾਂਹੀਓ ਆਪਾਂ ਸੰਸਾਰ 'ਚ ਦੇਖਦੇ ਹਾਂ ਵੀ ਕਿਸੇ ਕੋਲ ਧਨ ਕਿੰਨਾ ਵੀ ਹੋਵੇ, ਉਹ ਫਿਰ ਵੀ ਉਹਦੀ ਤ੍ਰਿਸ਼ਨਾ ਅੱਗੇ ਵੀ ਹੋਰ ਇਕੱਠਾ ਕਰ ਲਓ। ਕਿਸੇ ਕੋਲ ਸੰਸਾਰੀ ਅਹੁਦਾ ਕੋਈ ਮਿਲ ਜਾਵੇ, ਉਹਦੀ ਤ੍ਰਿਸ਼ਨਾ ਫਿਰ ਅੱਗੇ ਹੋਰ ਵੀ ਹੁਣ ਇਹ ਤੋਂ ਵੱਡਾ ਅਹੁਦਾ ਚਾਹੀਦਾ, ਹੋਰ ਅੱਗੇ ਹੋਰ ਤਰੱਕੀ ਕਰਨ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਜੀਵ ਦੀ ਇਹ ਤ੍ਰਿਸ਼ਨਾ ਉਹਦਾ ਨਹੀਂ ਖਤਮ ਹੁੰਦੀ। ਜਦੋਂ ਫਿਰ ਅਸੀਂ ਨਾਮ ਦੇ ਨਾਲ ਜੁੜ ਜਾਂਦੇ ਹਾਂ, ਫਿਰ ਇਹ ਜਿਹੜੀ ਤ੍ਰਿਸ਼ਨਾ ਸਾਡੇ ਲਾਗੇ ਵੀ ਨਹੀਂ ਆਉਂਦੀ, ਇਹਦੇ ਤ੍ਰਿਸ਼ਨਾ ਵੱਧ ਜਾਂਦੀ ਹੈ। ਫਿਰ ਮਾਰੇ ਦੱਸਦੇ ਮਾਰੇ ਰਾਖੇ ਕੋ ਆਪ, ਮਾਨਕ ਕਹਿ ਕਿਛ ਨਾਹੀ ਹੱਥ। ਹੁਣ ਜਨਮ ਤੇ ਮੌਤ ਇਹ ਪਰਮਾਤਮਾ ਨਿਰੰਕਾਰ ਨੇ ਆਪਦੇ ਹੱਥ ਰੱਖਿਆ ਹੋਇਆ, ਇਹ ਕਿਸੇ ਹੋਰ ਜੀਵ ਦੇ ਵੱਸ ਨਹੀਂ ਹੈ। ਜੋ ਸੰਸਾਰ ਦੇ ਵਿੱਚ ਮਾਲਕ ਪਰਮਾਤਮਾ ਜੀਵਾਂ ਨੂੰ ਭੇਜਦਾ ਤੇ ਉਹ ਫਿਰ ਵਾਪਸ ਬੁਲਾ ਲੈਂਦਾ, ਕਿਉਂਕਿ ਜਿਹੜਾ ਸਮਾਂ ਉਹ ਸਾਨੂੰ ਗਿਣਤੀ ਦਾ ਦਿੱਤਾ ਹੁੰਦਾ, ਸਵਾਸਾਂ ਦਾ ਧਨ। ਸਿਰਫ ਇੱਥੋਂ ਜਾਣ ਦੀ ਕੋਈ ਨਾ ਕੋਈ ਵਿਧ ਬਣਦੀ, ਤੇ ਆਪਾਂ ਕਹਿ ਦਿੰਦੇ ਹਾਂ ਵੀ ਸੰਸਾਰ ਦੇ ਵਿੱਚ ਜੀਵ ਚਲਾ ਗਿਆ, ਵੀ ਮਰ ਗਿਆ, ਹੁਣ ਉਹਨੇ ਮਰਨਾ ਹੀ ਮਰਨਾ, ਉਹਨੂੰ ਕੋਈ ਰੱਖ ਨਹੀਂ ਸਕਦਾ। ਜਿਹਦੀ ਚੀਰੀ ਦਰਗਾਹ ਦੇ ਵਿੱਚ ਪਾੜ ਦਿੱਤੀ ਜਾਂਦੀ, ਉਹਨੇ ਇੱਥੋਂ ਜਾਣਾ ਹੀ ਜਾਣਾ। ਸਾਨੂੰ ਜਿਹੜਾ ਸਮਾਂ ਦਿੱਤਾ ਜਾਂਦਾ ਸਵਾਸਾਂ ਦਾ ਧਨ, ਉਹ ਗਿਣਤੀ ਦਾ, ਉਹਦੀ ਇੱਕ ਲਿਖਤ ਦਰਗਾਹ 'ਚ ਰੱਖੀ ਜਾਂਦੀ ਪਰਲੋਕ ਦੇ ਵਿੱਚ। ਉੱਥੋਂ ਜਦੋਂ ਆਪਾਂ ਨੂੰ ਭੇਜਦੇ ਪਹਿਲਾਂ ਸਾਤੋਂ ਮਰਨ ਲਿਖਾ ਲੈਂਦੇ ਵੀ ਤੁਸੀਂ ਮਾਤ ਲੋਕ 'ਚ ਚੱਲੇ ਹੋ, ਉੱਥੇ ਇਹ ਨਹੀਂ ਸਮਝਣਾ ਵੀ ਸਦਾ ਉੱਥੇ ਰਹਿਣਾ। ਸਮਾਂ ਤੁਹਾਨੂੰ ਗਿਣਤੀ ਦਾ ਦਿੱਤਾ ਹੈ, ਤੇ ਇਹ ਸਮਾਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਆਪਦੇ ਆਪ ਹੀ ਵਾਪਸ ਆ ਜਾਏ। ਮਾਰੇ ਦੱਸਦੇ ਕਹਿੰਦੇ ਮਰਨ ਲਿਖਾਏ ਮੰਡਲ ਮੇ ਆਏ, ਵੀ ਅਸੀਂ ਮਰਨ ਲਿਖਾ ਕੇ ਫਿਰ ਇੱਥੇ ਆਉਂਦੇ ਹਾਂ। ਹੁਣ ਉਹ ਜਿਹੜੀ ਲਿਖਤ ਦਰਗਾਹ 'ਚ ਰੱਖੀ ਹੁੰਦੀ, ਉਹਨੂੰ ਚਿੱਠੀ ਕਹਿੰਦੇ, ਚੀਰੀ। ਉਹਦੀ ਇੱਕ ਲਿਖਤ ਸਾਡੇ ਮਨ ਨੂੰ ਦਿੱਤੀ ਜਾਂਦੀ, ਇੱਕ ਲਿਖਤ ਦਰਗਾਹ 'ਚ ਰੱਖੀ ਜਾਂਦੀ। ਹੁਣ ਉਹ ਜਿਹੜੀ ਲਿਖਤ ਸਾਡੇ ਮਨ ਨੂੰ ਦਿੱਤੀ ਜਾਂਦੀ, ਉਹ ਅਸੀਂ ਆਪਣਾ ਜਿਹੜਾ ਘਰ ਨਿੱਜ ਮਹਿਲ 10ਵਾਂ ਦਵਾਰ ਉਹਦੇ 'ਚ ਹੀ ਭੁੱਲ ਆਉਂਦੇ ਹਾਂ। ਇਸ ਕਰਕੇ ਸਾਨੂੰ ਉਹ ਪਤਾ ਨਹੀਂ ਰਹਿੰਦਾ ਵੀ ਅਸੀਂ ਇੱਥੋਂ ਕਦੋਂ ਚਲੇ ਜਾਣਾ, ਸਾਡੇ ਕੋਲ ਕਿੰਨਾ ਕੁ ਧਨ ਬਾਕੀ ਹੈ। ਜੇ ਉਹ ਸਾਡਾ ਮਨ ਜਾਗੇ ਤੇ ਸਾਡੇ ਕੋਲੋਂ ਲਿਖਤ ਹੋਵੇ ਤੇ ਸਾਨੂੰ ਪਤਾ ਹੁੰਦਾ ਵੀ ਅਸੀਂ ਕਦੋਂ ਜਾਣਾ। ਹੁਣ ਜਦੋਂ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੁੰਦਾ ਹੈ ਤੇ ਉਹ ਜਿਹੜੀ ਫਿਰ ਚਿੱਠੀ ਦਰਗਾਹ 'ਚ ਪਾੜ ਦਿੱਤੀ ਜਾਂਦੀ। ਜਦੋਂ ਪਾੜਦੇ ਫਿਰ ਅਸੀਂ ਇੱਧਰੋਂ ਮਰਦੇ ਹਾਂ, ਫਿਰ ਅਸੀਂ ਜਾਂਦੇ ਹਾਂ ਇੱਥੋਂ। ਮਹਾਰਾਜ ਫਰਮਾਉਂਦੇ ਜਿਨ ਕੀ ਚੀਰੀ ਦਰਗਹਿ ਪਾਟੀ, ਤਿੰਨਾਂ ਮਰਨਾ ਭਾਈ। ਬਈ ਜਿਨ੍ਹਾਂ ਦੀ ਚਿੱਠੀ ਚੀਰੀ ਦਰਗਾਹ 'ਚ ਪਾੜ ਦਿੱਤੀ ਗਈ, ਉਹਨਾਂ ਨੇ ਭਾਈ ਮਰਨਾ ਹੀ ਮਰਨਾ, ਉਹਨਾਂ ਨੂੰ ਕੋਈ ਰੱਖ ਨਹੀਂ ਸਕਦਾ, ਉਹਨੇ ਜਾਣਾ ਹੀ ਜਾਣਾ। ਉਹਦੇ ਵਾਸਤੇ ਫਿਰ ਕੋਈ ਵਿਧ ਬਣਦੀ ਇੱਧਰ, ਵੀ ਕਿਸੇ ਨੂੰ ਕੋਈ ਬਿਮਾਰੀ ਲੱਗ ਗਈ ਤਾਂ ਕੋਈ ਚਲਾ ਗਿਆ, ਜਾਂ ਕੋਈ ਰਾਹ 'ਚ ਜਾ ਰਿਹਾ, ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ, ਜਾਂ ਕਿਸੇ ਨੇ ਆਤਮ ਹੱਤਿਆ ਕਰ ਲਈ, ਜਾਂ ਕੋਈ ਹੋਰ ਕਿਸੇ ਹੱਥੋਂ ਕਿਸੇ ਦੀ ਮੌਤ ਹੋ ਗਈ, ਕਿਸੇ ਨੇ ਕਿਸੇ ਨੂੰ ਮਾਰ ਦਿੱਤਾ। ਇਹ ਸਿਰਫ ਵਿਧੀਆਂ ਬਣਦੀਆਂ, ਇੱਥੋਂ ਜਾਣ ਦੀ ਵਿਧ ਬਣਦੀ। ਉਹਦਾ ਕਿਸੇ ਜੀਵ ਦੇ ਹੱਥ ਨਹੀਂ ਹੈ ਵੀ ਉਹ ਕਿਸੇ ਨੂੰ ਮਾਰ ਸਕੇ, ਕਿਉਂਕਿ ਮਾਰਨ ਵਾਲਾ ਤੇ ਰੱਖਣ ਵਾਲਾ ਉਹ ਮਾਲਕ ਆਪ ਹੈ। ਜਿਹਦਾ ਸਮਾਂ ਖਤਮ ਨਹੀਂ ਹੋਇਆ, ਜਿਹਦੀ ਚਿੱਠੀ ਦਰਗਾਹ 'ਚ ਪਾਟੀ ਨਹੀਂ ਹਜੇ, ਉਹਨੂੰ ਚਾਹੇ ਜਿੱਡਾ ਵੱਡਾ ਮਰਜ਼ੀ ਰੋਗ ਲੱਗੇ, ਉਹਦਾ ਜਿੱਡਾ ਵੱਡਾ ਮਰਜ਼ੀ ਐਕਸੀਡੈਂਟ ਹੋ ਜੇ, ਉਹਨੇ ਮਰਨਾ ਹੀ ਨਹੀਂ। ਉਹਨੂੰ ਮਾਲਕ ਹੱਥ ਦੇ ਕੇ ਆਪ ਰੱਖ ਲੈਂਦਾ। ਮਾਰੇ ਕਹਿੰਦੇ ਜਿਸ ਕੇ ਸਾਸ ਨ ਕੱਢ ਤਾਪ,
ਆਕੋ ਰੱਖ ਦੇ ਕਰ ਹੱਥ, ਵੀ ਜਿਹਦੇ ਸਵਾਸ ਮੈਂ ਨਹੀਂ ਕੱਢਦਾ ਉਹਨੂੰ ਮੈਂ ਹੱਥ ਦੇ ਕੇ ਬਚਾ ਲੈਂਦਾ। ਤਾਂਹੀਓ ਆਪਾਂ ਦੇਖਦੇ ਨਾ ਕਈ ਵਾਰ ਸੰਸਾਰ 'ਚ ਆਪਾਂ ਦੇਖਦੇ ਹਾਂ ਵੀ ਇੱਕ ਗੱਡੀ 'ਚ ਇੱਕ ਪਰਿਵਾਰ ਦੇ ਜੀਵ ਜਾ ਰਹੇ, ਹੁਣ ਉਹਨਾਂ ਦੇ ਵਿੱਚ ਹੀ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਕਿਸੇ ਨੂੰ ਖਰੋਚ ਵੀ ਨਹੀਂ ਆਉਂਦੀ। ਉਹ ਕੀ ਹੁਣ ਬਈ ਉਹ ਜਿਹਦਾ ਸਮਾਂ ਆਇਆ ਜਾਣਾ ਹੋਣਾ ਹੀ, ਜਿਹਦਾ ਨਹੀਂ ਸਮਾਂ ਆਇਆ ਉਹਨੂੰ ਕੁਛ ਹੋਣਾ ਹੀ ਨਹੀਂ। ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਕਿਸੇ ਬੰਦੇ ਦੇ ਹੱਥ ਨਹੀਂ ਹੈ, ਇਹ ਮਾਲਕ ਦੀ ਖੇਲ ਹੈ। ਵੀ ਸਾਨੂੰ ਜਦੋਂ ਭੇਦ ਦਾ ਦਿੱਤਾ ਹੋਇਆ ਸਮਾਂ ਗਿਣਤੀ ਦਾ, ਜਿਹਦਾ ਸਮਾਂ ਖਤਮ ਹੋ ਗਿਆ ਉਹਨੇ ਜਾਣਾ ਹੀ ਜਾਣਾ, ਉਹਨੂੰ ਚਾਹੇ ਕੁਛ ਹੋਇਆ ਵੀ ਨਹੀਂ। ਕਈ ਵਾਰ ਆਪਾਂ ਦੇਖਦੇ ਹਾਂ ਵੀ ਜੀਵ ਚੰਗਾ ਭਲਾ ਸੁੱਤਾ, ਕਹਿੰਦੇ ਸੁੱਤਾ ਹੀ ਰਹਿ ਗਿਆ, ਉੱਠਿਆ ਹੀ ਨਹੀਂ ਸਵੇਰ ਨੂੰ। ਉਹ ਕੀ ਵੀ ਉਹਦਾ ਸਮਾਂ ਖਤਮ ਹੋ ਗਿਆ ਤੇ ਉਹ ਬਸ ਉਹਨੇ ਜਾਣਾ ਹੀ ਜਾਣਾ। ਉਹ ਇਸ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਸਾਰਾ ਕੁਛ ਮਾਲਕ ਦੇ ਵੱਸ, ਮਾਰੇ ਰਾਖੀ ਕੋ ਆਪ ਮਾਨਕ ਕੇ ਕਿਛ ਨਾਹੀ ਹਾਥ। ਵੀ ਮਾਰਨ ਵਾਲਾ ਤੇ ਰੱਖਣ ਵਾਲਾ ਉਹ ਮਾਲਕ ਹੈ, ਕਿਸੇ ਜੀਵ ਦੇ ਵੱਸ ਨਹੀਂ ਹੈ ਕੋਈ ਕਿਸੇ ਨੂੰ ਮਾਰ ਸਕੇ ਤੇ ਜਾਂ ਕਿਸੇ ਨੂੰ ਕੋਈ ਜਿਉਂਦਾ ਕਰ ਸਕੇ। ਫਿਰ ਮਹਾਰਾਜ ਦੱਸਦੇ, ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਈ। ਹੁਣ ਮਹਾਰਾਜ ਕਹਿੰਦੇ ਵੀ ਜੇ ਅਸੀਂ ਉਹ ਮਾਲਕ ਦੇ ਹੁਕਮ ਨੂੰ ਬੁੱਝ ਲਈਏ ਤੇ ਫਿਰ ਅਸੀਂ ਸੁਖੀ ਹੋ ਜਾਂਦੇ, ਫਿਰ ਸਾਨੂੰ ਦੁੱਖ ਨਹੀਂ ਹੁੰਦਾ ਸੰਸਾਰ 'ਚ ਕਿਸੇ ਦੇ ਆਉਣ ਦਾ, ਕਿਸੇ ਦੇ ਜਾਣ ਦਾ। ਫਿਰ ਆਪਾਂ ਇਹ ਖੇਲ ਨੂੰ ਸਮਝ ਜਾਂਦੇ, ਆਪਾਂ ਨੂੰ ਪਤਾ ਲੱਗ ਜਾਂਦਾ ਬਈ ਇਹ ਮਾਲਕ ਦੀ ਖੇਡ, ਆਉਣਾ ਤੇ ਜਾਣਾ ਸੰਸਾਰ 'ਚ ਜੀਵਾਂ ਦਾ ਬਣਿਆ ਹੋਏ। ਤੇ ਫਿਰ ਆਪਾਂ ਨੂੰ ਕਿਸੇ ਦੇ ਜਾਣ ਦਾ ਕੋਈ ਦੁੱਖ ਨਹੀਂ ਹੁੰਦਾ, ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਜੇ ਜਾਂ ਉਹਨੇ ਭਗਤੀ ਕੀਤੀ, ਸੰਗਤ ਕੀਤੀ ਹੈ, ਫਿਰ ਤਾਂ ਮਾਲਕ 'ਚ ਸਮਾ ਗਿਆ। ਤੇ ਜੇ ਉਹਨੇ ਨਹੀਂ ਕੀਤੀ ਭਗਤੀ ਤੇ ਅੱਗੇ ਜੂਨਾਂ 'ਚ ਚੱਲ ਗਿਆ, ਗਾਂਕਾਰਾਂ 'ਚ ਚੱਲ ਗਿਆ। ਸੋ ਜਾਣੀ ਦੇ ਵਿਹਲਿਆਂ ਨਹੀਂ ਕਿਸੇ ਨੂੰ ਛੱਡਦੇ ਬਈ ਉਹ ਕਿਸੇ ਨੂੰ ਦੁਖੀ ਕਰੇ ਜਾਂ ਕੋਈ ਉਹਦੀ ਮਾਨਤਾ ਕਰੇ, ਕੋਈ ਉਹਨੂੰ ਮੰਨੇ। ਇਹ ਸੰਸਾਰ ਦੇ ਵਿੱਚ ਸਾਡੀਆਂ ਅਗਿਆਨਤਾ, ਜਿਵੇਂ ਹੁਣ ਸੰਸਾਰ 'ਚ ਬਹੁਤ ਜੀਵ ਚੱਲੇ ਜਾਂਦੇ ਤੇ ਜਾਣ ਤੋਂ ਬਾਅਦ ਆ ਜਿਵੇਂ ਦਿਨ ਚੱਲਦੇ, ਅੱਜ ਹੀ ਗੁਰਮੁਖ ਵਿਚਾਰ ਕਰ ਰਹੇ ਸੀ, ਕਹਿੰਦੇ ਆ ਸਰਾਧ ਚੱਲਦੇ ਨੇ ਜੀ, ਵੀ ਸਾਨੂੰ ਦੱਸੋ ਅਸੀਂ ਮਨਾਈਏ ਕਿ ਜਾਂ ਨਾ ਮਨਾਈਏ, ਵੀ ਗੁਰਬਾਣੀ ਗੁਰੂ 'ਚ ਕੀ ਦੱਸਿਆ ਇਹਦੇ ਬਾਰੇ ਸਾਨੂੰ ਦੱਸੋ, ਵੀ ਸਾਨੂੰ ਤਾਂ ਪਤਾ ਨਹੀਂ ਹੈ। ਹੁਣ ਗੁਰਬਾਣੀ ਗੁਰੂ 'ਚ ਮਹਾਰਾਜ ਦੱਸਦੇ ਵੀ ਜਿਉਂਦੇ ਜੀ ਤਾਂ ਜੀਵਾਂ ਦੀ ਸੇਵਾ ਕਰਦੇ ਨਹੀਂ, ਜਿਉਂਦੇ ਜੀ ਤਾਂ ਉਹਨਾਂ ਨੂੰ ਲੜਦੇ ਰਹਿੰਦੇ ਕਲਾ ਕਲੇਸ਼, ਤੇ ਮਾਰਨ ਤੋਂ ਬਾਅਦ ਉਹਨਾਂ ਦੇ ਸਰਾਧ ਕਰਾਉਂਦੇ। ਹੁਣ ਜਿਨ੍ਹਾਂ ਦੇ ਸਰਾਧ ਕਰਾਉਂਦੇ ਉਹਨਾਂ ਨੂੰ ਪਤਾ ਵੀ ਨਹੀਂ ਵੀ ਚਲੇ ਕਿੱਥੇ ਗਏ, ਜਾਂ ਕਿਹੜੀ ਜੂਨ 'ਚ ਚਲੇ ਗਏ, ਕਿਹੜੇ ਆਕਾਰ 'ਚ ਚਲੇ ਗਏ, ਕਿੱਥੇ ਨੇ ਹੁਣ ਉਹਨਾਂ ਨੂੰ ਪਤਾ ਵੀ ਕੁਛ ਨਹੀਂ। ਫਿਰ ਮਹਾਰਾਜ ਕਹਿੰਦੇ ਵੀ ਉਹਨਾਂ ਤੱਕ ਨਹੀਂ ਪਹੁੰਚਦਾ, ਜਿਨ੍ਹਾਂ ਨੂੰ ਤੁਸੀਂ ਸਰਾਧ ਜਿਨ੍ਹਾਂ ਦਾ ਕਰਦੇ ਹੋ ਉਹਨਾਂ ਤੱਕ ਨਹੀਂ ਪਹੁੰਚਦਾ ਹੈ ਉਹ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਵੀ ਸਾਡੇ ਪਿੱਤਰ ਨੇ, ਸਾਡੇ ਵੱਡੇ ਵਡੇਰੇ ਨੇ, ਸਾਡੇ ਬਜ਼ੁਰਗ ਨੇ, ਉਹ ਨਹੀਂ ਖਾਂਦੇ। ਇਹ ਤਾਂ ਜਾਂ ਤਾਂ ਜਿੱਥੇ ਜੀਵ ਮੱਥਾ ਟੇਕਦਾ ਜਾਂ ਤਾਂ ਕਾਂ ਖਾ ਜਾਂਦੇ ਜਾਂ ਕੁੱਤੇ ਖਾਂਦੇ, ਉਹ ਤਾਂ ਖਾਂਦੇ ਹੀ ਨਹੀਂ। ਤੇ ਫਿਰ ਉਹ ਕਹਿੰਦੇ ਵੀ ਤੁਹਾਡੇ ਇਹੋ ਜਿਹੇ ਵੱਡੇ ਵਡੇਰੇ ਵੀ ਕਿੱਦਾਂ ਦੇ ਜਿਹੜੇ ਮੰਗ ਕੇ ਖਾ ਵੀ ਨਹੀਂ ਸਕਦੇ, ਜਿਹੜੇ ਬੋਲ ਕੇ ਦੱਸ ਵੀ ਨਹੀਂ ਸਕਦੇ। ਮਾਰੇ ਕਹਿੰਦੇ ਜੀਵਤ ਪਿੱਤਰ ਨ ਮਾਨੇ ਕੋ, ਮੋਇਆ ਸਰਾਧ ਕਰਾਹੀ, ਪਿੱਤਰ ਵੀ ਤੁਮਾਰੇ ਕਾਕੋ ਕਹੀਏ ਕਊਆ ਕੂਕਰ ਖਾਹੀ। ਵੀ ਉਹ ਪਿੱਤਰ ਵੀ ਕਿੱਦਾਂ ਦੇ ਜਿਹੜੇ ਆਪ ਤਾਂ ਮੰਗ ਕੇ ਖਾਂਦੇ ਨਾ, ਉਹਨਾਂ ਤੱਕ ਪਹੁੰਚਦਾ, ਉਹ ਤਾਂ ਕੁੱਤੇ ਤੇ ਜਾਂ ਕਾਂ ਖਾ ਜਾਂਦੇ, ਉਹ ਤਾਂ ਖਾਂਦੇ ਹੀ ਨਹੀਂ। ਸੋ ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਇਹ ਸਾਰੇ ਵਹਿਮ ਨੇ, ਭਰਮ ਨੇ। ਬਈ ਜੇ ਤਾਂ ਜੀਵ ਨੇ ਮਾਨਸ ਜਾਮੇ 'ਚ ਰਹਿ ਕੇ ਭਗਤੀ ਕੀਤੀ, ਜਿਹਨੇ ਹੁਕਮ ਨੂੰ ਬੁੱਝੇ,
ਜਿਹੜਾ ਹੁਕਮ ਦੇ ਵਿੱਚ ਆ ਗਏ। ਹੁਕਮ ਕੀ ਹੈ? ਨਾਮ, ਜੋ ਆਪਣੇ ਅੰਦਰ ਅਨਹਦ ਸ਼ਬਦ ਚੱਲਦਾ, ਜਿਹਨੂੰ ਸ਼ਬਦ ਗੁਰੂ ਕਹਿੰਦੇ, ਉਹਨੂੰ ਹੁਕਮ ਆਖੀ। ਜੇ ਹੁਣ ਆਪਾਂ ਹੁਕਮ ਨੂੰ ਬੁੱਝ ਲੈਂਦੇ, ਹੁਕਮ ਦੇ ਵਿੱਚ ਆ ਜਾਂਦੇ, ਹੁਕਮ 'ਚ ਸਮਾ ਜਾਂਦੇ, ਅਸੀਂ ਸਦਾ ਵਾਸਤੇ ਅਮਰ ਹੋ ਜਾਂਦੇ। ਜਦੋਂ ਆਪਾਂ ਦੇਹ ਛੱਡਾਂਗੇ, ਸਿੱਧਾ ਹੀ ਆਪਾਂ ਸ਼ਬਦ 'ਚ ਸਮਾ ਕੇ ਮਾਲਕ ਦੇ ਵਿੱਚ ਲੀਨ ਹੋ ਜਾਵਾਂਗੇ, ਪਰਮਾਤਮਾ ਦੇ ਵਿੱਚ। ਤੇ ਜਿਹੜੇ ਜੀਵ ਨੇ ਹੁਣ ਹੁਕਮ ਨੂੰ ਬੁੱਝਿਆ ਨਹੀਂ, ਹੁਕਮ ਦਾ ਭੇਤ ਨਹੀਂ, ਹੁਕਮ ਤੋਂ ਵਾਕੀ ਰਿਹਾ, ਉਹ ਤਾਂ ਚੋਰ ਹੈ। ਤੇ ਚੋਰ ਨੂੰ ਸਜ਼ਾ ਮਿਲਣੀ, ਚੋਰ ਨੂੰ ਫਿਰ ਸਜ਼ਾ ਦੇ ਕੇ ਬਚੌਰ, ਫਿਰ ਉਹਨੂੰ ਸਜ਼ਾ ਦੇ ਕੇ ਫਿਰ ਅੱਗੇ ਜੂਨਾਂ 'ਚ ਭੇਜ ਦਿੰਦੇ। ਹੁਣ ਜਦੋਂ ਇੱਕ ਜੂਨ 'ਚੋਂ ਦੂਸਰੀ ਜੂਨ 'ਚ ਜੀਵ ਚਲਾ ਗਿਆ ਤੇ ਉਹਨੂੰ ਉਦਾਂ ਹੀ ਨਹੀਂ ਪਿਛੋਕੜ ਯਾਦ ਰਹਿੰਦਾ। ਹੁਣ ਚਾਹੇ ਉਹ ਆਪਣੇ ਮੁੜ ਕੇ ਘਰੇ ਵਾਪਸ ਫੇਰ ਆ ਜਾਵੇ ਕੋਈ ਹੋਰ ਜੂਨ ਦੇ ਵਿੱਚ, ਆਪਾਂ ਨੂੰ ਕੀ ਪਤਾ। ਜਿਵੇਂ ਹੁਣ ਆਪਾਂ ਘਰਾਂ ਦੇ ਵਿੱਚ ਪਸ਼ੂ ਰੱਖ ਲੈਂਦੇ ਹਾਂ ਜਾਂ ਹੋਰ ਆ ਕੁੱਤੇ ਬਿੱਲੇ ਰੱਖ ਲੈਂਦੇ ਆ, ਹੁਣ ਆਪਾਂ ਨੂੰ ਕੀ ਪਤਾ ਵੀ ਉਹ ਕੌਣ ਹੈ, ਕੀ ਪਤਾ ਸਾਡਾ ਹੀ ਕੋਈ ਪਿਛਲਾ ਉਹ ਆ ਗਿਆ ਹੋਵੇ ਬਣ ਕੇ, ਪਤਾ ਹੀ ਨਹੀਂ ਆਪਾਂ ਨੂੰ ਜਦੋਂ ਆਪਾਂ ਸੁੱਤੇ ਪਏ। ਤੇ ਨਾ ਉਹਨੂੰ ਪਤਾ ਹੈ ਵੀ ਇਸ ਤੋਂ ਪਹਿਲਾਂ ਵੀ ਮੈਂ ਇਹਨਾਂ ਦੇ ਘਰੇ ਰਹਿੰਦਾ ਸੀ, ਵੀ ਜਾਂ ਮੈਂ ਇਹਨਾਂ ਦਾ ਬਜ਼ੁਰਗ ਸੀ ਜਾਂ ਮੈਂ ਕੌਣ ਸੀ, ਉਹਨੂੰ ਵੀ ਨਹੀਂ ਪਤਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਇਹ ਹੈ ਅਗਿਆਨਤਾ, ਵੀ ਨਾ ਗੁਰਬਾਣੀ ਗੁਰੂ ਨੂੰ ਸਮਝਣ ਕਰਕੇ, ਵੀ ਜੇ ਤਾਂ ਅਸੀਂ ਸਮਝੀਏ ਫਿਰ ਤਾਂ ਅਸੀਂ ਮਾਲਕ ਦਾ ਸਰਗਨ ਰੂਪ ਜਾਣ ਕੇ ਸਭ ਦੀ ਸੇਵਾ ਕਰੀਏ, ਸਾਰਿਆਂ ਨਾਲ ਪ੍ਰੇਮ ਕਰੀਏ। ਪਰ ਉਹ ਕੀ ਹੈ, ਜੀਵ ਪਿਆਰ ਨਹੀਂ, ਉਹ ਦੌੜਦਾ ਵਸ ਹੋ ਕੇ ਜਾਂ ਡਰਦਾ ਮੰਨਦਾ ਵੀ ਕਿਤੇ ਸਾਡਾ ਕੋਈ ਨੁਕਸਾਨ ਹੀ ਨਾ ਕਰ ਦੇਣ ਵੱਡੇ ਵਡੇਰੇ, ਵੀ ਉਹ ਜਿਹੜੇ ਮਰੇ ਹੋਏ ਉਹ ਪਤਾ ਨਹੀਂ ਵੀ ਸਾਡੇ ਕੰਮ ਦੇ ਵਿੱਚ ਕੋਈ ਰੁਕਾਵਟ ਹੀ ਨਾ ਪੈ ਜੇ, ਵੀ ਉਹ ਪਤਾ ਨਹੀਂ ਉਹਨਾਂ ਨੇ ਕੀ ਕਰ ਦੇਣਾ। ਜਾਣੀ ਕਿ ਮਨ ਸਾਡੇ ਇੰਨੇ ਕਮਜ਼ੋਰ ਹੋ ਗਏ, ਇੰਨੇ ਜ਼ਿਆਦਾ ਉਹ ਚਲੇ ਗਏ ਅਗਿਆਨਤਾ ਦੇ ਵਿੱਚ ਵੀ ਅਸੀਂ ਛੋਟੀ ਛੋਟੀ ਗੱਲ ਤੇ ਵਹਿਮ ਕਰਦੇ ਹਾਂ, ਭਰਮ ਕਰਦੇ ਹਾਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਮਾਲਕ ਦੇ ਹੁਕਮ ਨੂੰ ਬੁੱਝੋ ਤੇ ਜੋ ਨਾਮ ਹੈ ਉਸ ਨੂੰ ਕੰਠ 'ਚ ਪਰੋ ਕੇ ਰੱਖੋ ਤੇ ਤੁਹਾਡੇ ਵਹਿਮ ਭਰਮ ਸਾਰੇ ਖਤਮ ਹੋ ਜਾਣਗੇ। ਇਸ ਲਈ ਮਹਾਰਾਜ ਕਹਿੰਦੇ ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ, ਵੀ ਕੰਠ ਦੇ ਵਿੱਚ ਮਾਲਕ ਦਾ ਸਿਮਰਨ ਪਰੋ ਕੇ ਰੱਖੋ। ਇਹ ਜਿਹੜਾ ਹੁਣ ਆਪਾਂ ਸਿਮਰਨ ਕਰਦੇ ਹਾਂ ਸਾਸਕ ਰਸ, ਇਹ ਸਵਾਸਾਂ ਦੀ ਮਾਲਾ ਬਣ ਜਾਂਦੀ। ਇੱਕ ਤਾਂ ਹੈ ਜਿਵੇਂ ਜੀਵ ਉਹ ਹੱਥ ਨਾਲ ਮਾਲਾ ਫੇਰਦੇ, ਉਹ ਮਾਲਾ ਨਹੀਂ, ਉਹ ਮਾਲਾ ਦਾ ਤਾਂ ਖੰਡਨ ਕੀਤਾ ਗੁਰਬਾਣੀ 'ਚ, ਉਹ ਮਾਲਾ ਨਹੀਂ ਕਹਿੰਦੇ ਫੇਰਨ ਨੂੰ, ਉਹ ਕਹਿੰਦੇ ਸਵਾਸਾਂ ਦੀ ਮਾਲਾ ਬਣਾਓ। ਬਈ ਹਰ ਇੱਕ ਸਵਾਸ ਦੇ ਨਾਲ ਤੁਸੀਂ ਮਾਲਕ ਦਾ ਸਿਮਰਨ ਕਰੋ। ਵੀ ਉਹ ਮਾਲਾ ਜੇ ਆਪਾਂ ਫੜ ਕੇ ਬਹਿ ਜਾਵਾਂਗੇ ਉਹ ਤਾਂ ਅਸੀਂ ਗਿਣਤੀ ਮਿਣਤੀ 'ਚ ਪੈ ਜਾਣਾ, ਉਹ ਤਾਂ ਸਾਡਾ ਧਿਆਨ ਬਾਹਰ ਹੀ ਰਹਿਣਾ ਮੜਕਿਆਂ ਦੇ ਵਿੱਚ, ਆਪਾਂ ਅੰਤਰਮੁਖੀ ਹੋਣਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਪਣੀ, ਮਾਲਾ ਨੂੰ ਜਪਣੀ ਕਹਿੰਦੇ। ਤੇ ਉਹ ਕਹਿੰਦੇ ਵੀ ਸਾਡੀ ਜਪਣੀ ਕੀ ਕਹਿੰਦੇ, ਜਿਹੜੀ ਰਸਨਾ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਵੀ ਸਾਡੀ ਜਿਹੜੀ ਰਸਨਾ ਇਹੋ ਸਿਮਰਨੀ, ਇਹੋ ਮਾਲਾ ਹੈ। ਵੀ ਇਹ ਜੋ ਸਵਾਸਾਂ ਦੀ ਅਸੀਂ ਕੰਠ ਦੇ ਵਿੱਚ ਪਰੋ ਕੇ ਪਾਇਆ ਹੋਇਆ ਹਾਰ, ਜਿਹਨੂੰ ਮਹਾਰਾਜ ਕਹਿੰਦੇ ਹਰ ਹਾਰ ਕੰਠ ਜਿੰਨੀ ਪਹਿਰੇ ਆ, ਜਿਨ੍ਹਾਂ ਨੇ ਕੰਠ ਦੇ ਵਿੱਚ ਉਹ ਹਾਰ ਪਾ ਲਿਆ ਤੇ ਉਹ ਮਾਲਕ ਨੂੰ ਸੋਹਣਾ ਲੱਗਦਾ, ਚੰਗਾ ਲੱਗਦਾ। ਫੇਰ ਮਹਾਰਾਜ ਕਹਿੰਦੇ ਸਿਮਰ 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 ਪ੍ਰਭ ਸੋਏ, ਨਾਨਕ ਬਿਘਨ ਨ ਲਾਗੇ ਕੋਈ। ਵੀ ਜੇ ਅਸੀਂ ਪਰਮਾਤਮਾ ਦਾ ਸਿਮਰਨ ਕਰਾਂਗੇ ਫਿਰ ਸਾਡੇ ਕਿਸੇ ਵੀ ਕਰਮ 'ਚ ਕੋਈ ਵਿਘਨ ਪੈਂਦਾ ਹੀ, ਕੋਈ ਰੁਕਾਵਟ ਪੈਂਦੀ ਹੋਈ ਨਹੀਂ। ਵਿਘਨ ਪੈਂਦਾ ਹੀ ਉਦੋਂ ਜਦੋਂ ਜੀਵ ਸਿਮਰਨ ਕਰਦਾ। ਜਿਨ੍ਹਾਂ ਨੂੰ ਨਾਮ ਭੁੱਲਿਆ, ਜਿਨ੍ਹਾਂ ਨੇ ਕੰਠ ਦੇ ਵਿੱਚ ਨਹੀਂ ਪਰੋਇਆ ਨਾਮ ਨੂੰ, ਫਿਰ ਉਹਨਾਂ ਨੂੰ ਮਹਾਰਾਜ ਕਹਿੰਦੇ ਇੱਕ ਦੋ ਨਹੀਂ ਵਿਘਨ, ਉਹਨਾਂ ਨੂੰ ਕਰੋੜਾਂ ਵਿਘਨ ਲੱਗਦੇ। ਮਹਾਰਾਜ ਕਹਿੰਦੇ ਕੋਟ ਵਿਘਨ ਤਿਸ ਲਾਗਤੇ ਜਿਸ ਨੂੰ ਵਿਸਰੇ ਨਾਉ। ਵੀ ਉਹਨਾਂ ਨੂੰ ਸਤਿਗੁਰੂ ਕਹਿੰਦੇ ਵੀ ਇਹ ਥੋੜ੍ਹੀ ਦੋ ਚਾਰ, ਉਹਨਾਂ ਕਰੋੜਾਂ ਵਿਘਨ ਜਿਨ੍ਹਾਂ ਨੂੰ ਨਾਮ ਹੀ ਭੁੱਲਿਆ ਹੋਏ, ਜਿਨ੍ਹਾਂ ਨੇ ਨਾਮ ਨੂੰ ਵਿਸਾਰਿਆ ਹੋਏ। ਤੇ ਜਿਹੜੇ ਜੀਵ ਸਿਮਰਨ ਕਰਦੇ ਮਾਲਕ ਦਾ, ਉਹਨਾਂ ਨੂੰ ਕੋਈ ਵਿਘਨ ਹੀ ਨਹੀਂ।
ਉਹਨਾਂ ਦੇ ਕਿਸੇ ਕਰਮ ਦੇ ਵਿੱਚ ਕੋਈ ਵਿਘਨ ਨਹੀਂ ਪੈਂਦਾ, ਕੋਈ ਰੁਕਾਵਟ ਪੈਂਦੀ ਹੋਈ। ਮਹਾਰਾਜ ਕਹਿੰਦੇ ਪ੍ਰਭ ਸਿਮਰਤ ਕਿਛ ਵਿਘਨ ਨਾ ਲਾਗੇ। ਵੀ ਜਦੋਂ ਤੁਸੀਂ ਮਾਲਕ ਦਾ ਸਿਮਰਨ ਕਰੋਗੇ ਕੋਈ ਵਿਘਨ ਕੋਈ ਰੁਕਾਵਟ ਵਿੱਚ ਆਉਣੀ ਹੀ ਨਹੀਂ। ਜਦੋਂ ਅਸੀਂ ਸਿਮਰਨ ਨਹੀਂ ਕਰਦੇ ਫਿਰ ਵਿਘਨ। ਇਸ ਵਾਸਤੇ ਫਿਰ ਜਿਨ੍ਹਾਂ ਨੇ ਸਿਮਰਨ ਅਭਿਆਸ ਕੀਤਾ ਉਹਨਾਂ ਦੇ ਸੰਸਾਰ ਦੇ ਕਾਰਜ ਵੀ ਸਹਿਜ ਸੁਭਾ ਹੁੰਦੇ ਗਏ, ਤੇ ਜਦੋਂ ਇੱਥੋਂ ਸੰਸਾਰ 'ਚੋਂ ਜਾਂਦੇ ਉਹਨਾਂ ਨੂੰ ਦਰਗਾਹ 'ਚ ਵੀ ਮਾਣ ਮਿਲਦਾ, ਉੱਥੇ ਵੀ ਉਹਨਾਂ ਦਾ ਮੱਖੂ ਜਲ ਹੁੰਦਾ। ਮਹਾਰਾਜ ਕਹਿੰਦੇ ਜਨ ਜਨ ਨਾਮ ਤੇ ਆਇਆ ਤਿਨ ਕੇ ਕਾਜ ਸਰੀ, ਹਰ ਗੁਰਪੁਰਾ ਰਾਧੇ ਦਰਗੇ ਸੱਚ ਖਰੇ। ਵੀ ਜਿਨ੍ਹਾਂ ਨੇ ਮਾਲਕ ਦੀ ਆਰਾਧਨਾ ਕੀਤੀ, ਜਿਨ੍ਹਾਂ ਨੇ ਪਰਮਾਤਮਾ ਨੂੰ ਸਿਮਰਿਆ, ਉਹਨਾਂ ਦੇ ਕਰਮ ਸਹਿਜ ਸਵਾਈ ਹੁੰਦੇ ਜਾਂਦੇ, ਉਹਨਾਂ 'ਚੋਂ ਕੋਈ ਵਿਘਨ ਪੈਂਦਾ ਹੀ ਨਹੀਂ, ਕੋਈ ਰੁਕਾਵਟ ਪੈਂਦੀ ਹੀ ਨਹੀਂ, ਕਿਉਂਕਿ ਉਹਨਾਂ ਦੇ ਕਾਰਜ ਦੇ ਵਿੱਚ ਮਾਲਕ ਆਪ ਵਿੱਚ ਆ ਕੇ ਖਲੋ ਜਾਂਦਾ। ਮਾਰੇ ਦਾਈਓ ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸੰਤਾਂ ਦੇ ਕਾਰਜ 'ਚ ਉਹ ਆਪ ਆ ਕੇ ਖੜ ਜਾਂਦਾ ਵਿਚਾਰਾ, ਤੇ ਜਦੋਂ ਆਪ ਮਾਲਕ ਆ ਕੇ ਖੜ ਗਿਆ ਤੇ ਵਿਘਨ ਕਿੱਥੋਂ? ਵਿਘਨ ਤਾਂ ਉਹੀ ਨਹੀਂ ਲਾਗੇ ਆਉਂਦਾ ਸੀ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜਦੋਂ ਅਸੀਂ ਸਿਮਰਨ ਕਰਾਂਗੇ ਫਿਰ ਕੋਈ ਵਿਘਨ ਨਹੀਂ, ਫਿਰ ਕੋਈ ਰੁਕਾਵਟ ਨਹੀਂ ਹੈ। ਫਿਰ ਮਹਾਰਾਜ ਕਹਿੰਦੇ ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਬਿਹਾਰ। ਹੁਣ ਆਪਾਂ ਨੂੰ ਸਮਝਾਉਂਦੇ ਵੀ ਉਸਤਤ ਮਨ ਦੇ ਵਿੱਚ ਉਹ ਨਿਰੰਕਾਰ ਦੀ, ਪਰਮਾਤਮਾ ਵਾਹਿਗੁਰੂ ਦੀ ਕਰੋ। ਤੇ ਮਨ ਨੂੰ ਕਹਿੰਦੇ ਵੀ ਤੂੰ ਇਹ ਸਦਾ ਲਈ ਇੱਦਾਂ ਦਾ ਵਿਹਾਰ ਕਰ, ਇਹ ਸੁਭਾਅ ਬਣਾ ਲਾ ਵੀ ਹਰ ਸਮੇਂ ਮਾਲਕ ਦੀ ਉਸਤਤ ਵਡਿਆਈ ਉਹਦੀ ਕਰਦਾ ਹੀ ਤੇ ਉਹਦੇ ਗਾਣੇ ਜਿਹੜੇ ਉਹਦੇ ਗੁਣ ਗਾਉਂਦਾ ਹੀ ਤੇ। ਜਿਵੇਂ ਇੱਕ ਆਪਾਂ ਸੰਸਾਰ 'ਚ ਦੇਖ ਲੈਂਦੇ ਹਾਂ ਵੀ ਸਾਡਾ ਸੰਸਾਰ 'ਚ ਜੀਵਨ ਦਾ ਸੁਭਾਅ ਬਣ ਜਾਂਦਾ। ਕਿਸੇ ਦਾ ਸੁਭਾਅ ਬਣ ਗਿਆ ਗੁੱਸੇ ਵਾਲਾ, ਉਹਨੇ ਹਰ ਸਮੇਂ ਗੁੱਸੇ 'ਚ ਹੀ ਰਹਿਣਾ, ਤੇ ਆਪਾਂ ਕਹਿ ਦਿੰਦੇ ਵੀ ਇਹਦਾ ਸੁਭਾਅ ਹੀ ਹੈ ਜੀ ਗੁੱਸੇ ਵਾਲਾ, ਇਹਦਾ ਤੁਸੀਂ ਗੁੱਸਾ ਨਾ ਕਰੋ, ਇਹ ਤਾਂ ਹੈ ਹੀ ਇੱਦਾਂ ਦਾ। ਕਿਸੇ ਨੇ ਸੁਭਾਅ ਬਣਾ ਲਿਆ ਲੜਾਈ ਝਗੜੇ ਵਾਲਾ, ਹਰ ਸਮੇਂ ਝਗੜਾ ਹੀ ਕਰਨਾ। ਕਿਸੇ ਦਾ ਸੁਭਾਅ ਬਣ ਗਿਆ ਨਿੰਦੇ ਵਾਲਾ, ਉਹਨੇ ਨਿੰਦਿਆ ਹੀ ਕੀਤੀ ਜਾਣੀ। ਸੋ ਆਪਾਂ ਨੂੰ ਹੁਣ ਕਹਿੰਦੇ ਵੀ ਤੁਸੀਂ ਸੁਭਾਅ ਬਣਾਓ ਪਰਮਾਤਮਾ ਦੀ ਉਸਤਤ ਵਾਲਾ, ਮਾਲਕ ਦੀ ਵਡਿਆਈ ਵਾਲਾ, ਉਹਦਾ ਸਿਮਰਨ ਵਾਲਾ, ਇੱਦਾਂ ਦਾ ਸੁਭਾਅ ਬਣਾ ਵੀ ਤਾਂ ਕਿ ਸਾਡਾ ਸਹਿਜ ਸੁਭਾਅ ਸਿਮਰਨ ਜਿਹੜਾ ਉਹ ਚੱਲਦਾ ਹੀ ਰਹੇ। ਬਾਕੀ ਚਾਹੇ ਸਾਨੂੰ ਸਾਰਾ ਕੁਝ ਭੁੱਲ ਜੇ, ਸਾਰਾ ਕੁਝ ਸਾਨੂੰ ਵਿਸਰ ਜਾਵੇ, ਪਰ ਪਰਮਾਤਮਾ ਦਾ ਸਿਮਰਨ ਸਾਨੂੰ ਭੁੱਲੇ। ਮਾਰੇ ਕਹਿੰਦੇ ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਓ। ਬਈ ਹੋਰ ਤਾਂ ਚਾਹੇ ਸਾਨੂੰ ਸਾਰਾ ਕੁਝ ਭੁੱਲ ਜੇ, ਕੋਈ ਗੱਲ ਨਹੀਂ, ਸਾਨੂੰ ਕੋਈ ਫਰਕ ਨਹੀਂ ਪੈਣਾ, ਪਰ ਜੇ ਸਾਨੂੰ ਪਰਮਾਤਮਾ ਭੁੱਲਿਆ ਫਿਰ ਸਾਨੂੰ ਫਰਕ ਹੀ ਫਰਕ ਹੈ, ਫਿਰ ਤਾਂ ਅਸੀਂ ਦੁਖੀ ਹੀ ਰਹਿਣਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇੱਦਾਂ ਦਾ ਤੁਸੀਂ ਆਪਦਾ ਸੁਭਾਅ ਬਣਾਓ, ਇੱਦਾਂ ਦਾ ਵਿਹਾਰ ਕਰੋ ਵੀ ਹਰ ਸਮੇਂ ਉਹ ਨਿਰੰਕਾਰ ਦੀ ਉਸਤਤ, ਮਾਲਕ ਦੀ ਵਡਿਆਈ ਸਾਡਾ ਮਨ ਕਰਦਾ ਹੀ ਰਹੇ। ਫਿਰ ਮਹਾਰਾਜ ਕਹਿੰਦੇ ਨਿਰਮਲ ਰਸਨਾ ਅੰਮ੍ਰਿਤ ਪੀਵੋ, ਸਦਾ ਸਹੇਲਾ ਕਰ ਲੈ ਜੀਓ। ਵੀ ਜਦੋਂ ਅਸੀਂ ਮਾਲਕ ਦੀ ਉਸਤਤ ਕਰਾਂਗੇ ਦਿਨ ਰਾਤ, ਉਹਦਾ ਸਿਮਰਨ ਕਰਦੇ ਰਵਾਂਗੇ, ਇੱਦਾਂ ਦਾ ਸੁਭਾਅ ਬਣਾ ਲਾਂਗੇ, ਫਿਰ ਸਾਡੀ ਰਸਨਾ ਜਿਹੜੀ ਇਹ ਮਾਲਕ ਦੇ ਗੁਣ ਗਾ ਗਾ ਕੇ ਨਿਰਮਲ ਹੋ ਜਾਂਦੀ, ਤੇ ਰਸਨਾ ਦੇ ਉੱਤੇ ਅੰਮ੍ਰਿਤ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਉਂ-ਜਿਉਂ ਆਪਾਂ ਰਸਨਾ ਦੁਆਰਾ ਮਾਲਕ ਦਾ ਸਿਮਰਨ ਕਰਦੇ ਹਾਂ, ਉਹਦੇ ਗੁਣ ਗਾਉਂਦੇ ਹਾਂ, ਜਿਹੜੇ ਸਾਡੇ ਮਨ ਤੇ ਮੈਲ ਲੱਗੀ ਹੁੰਦੀ ਔਗਣਾਂ ਦੀ ਮੈਲ ਸਾਡੀ ਲਹਿ ਜਾਂਦੀ ਹੈ। ਮਾਰੇ ਫਰਮਾਉਂਦੇ ਰਸਨਾ ਗੁਣ ਗਾਵੇ ਹਰ ਤੇਰੇ, ਮਿਟੇ ਕਮਾਤੇ ਔਗਣ ਮੇਰੇ। ਬਈ ਸਾਡੀ ਇਹ ਜਿਹੜੀ ਰਸਨਾ ਅਸੀਂ ਮਾਲਕ ਦੇ ਗੁਣ ਗਾ ਗਾ ਕੇ ਨਿਰਮਲ ਹੋ ਗਈ, ਇਹਦੇ ਤੇ ਜਿਹੜੀ ਮੈਲ ਚੜੀ ਸੀ, ਪਹਿਲਾਂ ਇਹ ਝੂਠ ਬੋਲਦੀ ਸੀ, ਪਹਿਲਾਂ ਇਹ ਰਸਨਾ ਨਿੰਦਿਆ ਕਰਦੀ ਸੀ, ਬੈਰ ਵਿਰੋਧ ਦੀਆਂ ਗੱਲਾਂ ਕਰਦੀ ਸੀ, ਫਿੱਕਾ ਬੋਲਦੀ ਸੀ,
ਤੇ ਜਦੋਂ ਤੋਂ ਮਾਲਕ ਦੀ ਵਡਿਆਈ ਕਰਨੀ ਸ਼ੁਰੂ ਕੀਤੀ, ਇਹ ਰਸਨਾ ਇੰਨੀ ਨਿਰਮਲ ਹੋ ਗਈ, ਇਹਦੇ ਤੇ ਅੰਮ੍ਰਿਤ ਆਉਣ ਲੱਗ ਗਿਆ। ਹੁਣ ਇਹ ਰਸਨਾ ਝੂਠ ਨਹੀਂ ਬੋਲਦੀ, ਹੁਣ ਇਹ ਮਾਲਕ ਦੇ ਗੁਣ ਗਾਉਂਦੀ ਰਹਿੰਦੀ, ਮਾਲਕ ਦੀ ਵਡਿਆਈ ਕਰਦੀ ਰਹਿੰਦੀ। ਇਸ ਲਈ ਫਿਰ ਇਹ ਰਸਨਾ ਪ੍ਰਥਾਏ ਕਹਿੰਦੇ ਵੀ ਜਿਹੜੀ ਇਹ ਸਾਡੀ ਜੀਵ, ਜਿਹੜੀ ਰਸਨਾ ਸਿਮਰਨ ਨਹੀਂ ਕਰਦੀ, ਉਹਨੂੰ ਕਹਿੰਦੇ ਥੋੜ੍ਹੀ ਥੋੜ੍ਹੀ ਕਰਕੇ ਕੱਟ ਦਿਓ। ਉਹ ਤੋਂ ਕਰਾਉਣਾ ਕੀ, ਉਹਦਾ ਫਾਇਦਾ ਕੀ ਹੈ ਜਿਹਨੇ ਝੂਠ ਹੀ ਬੋਲਣਾ। ਮਹਾਰਾਜ ਕਹਿੰਦੇ ਰਸਨਾ ਜਪੇ ਨਾ ਨਾਮ ਤਾਂ ਤਿਲ ਤਿਲ ਕਰ ਕੱਟੀਏ। ਜਿਹੜੀ ਰਸਨਾ ਨਾਮ ਨਹੀਂ ਜਪਦੀ, ਉਹਨੂੰ ਥੋੜ੍ਹੀ ਥੋੜ੍ਹੀ ਕਰਕੇ ਕੱਟ ਦਿਓ, ਉਹਦਾ ਫਾਇਦਾ ਹੀ ਕੋਈ। ਤੇ ਜਿਹੜੀ ਰਸਨਾ ਮਾਲਕ ਦੇ ਗੁਣ ਗਾਉਂਦੀ, ਉਹਨੂੰ ਕਹਿੰਦੇ ਗੁਰਬਾਣੀ ਗੁਰੂ 'ਚ ਇਹ ਰਸਨਾ ਧੰਨ ਹੈ ਵੀ ਜਿਹੜੀ ਮਾਲਕ ਦੇ ਗੁਣ ਗਾ ਰਹੀ। ਸਾਰਸਨਾ ਧੰਨ ਧੰਨ ਹੈ ਮੇਰੀ ਜਿੰਦੜੀਏ, ਗੁਣ ਪ੍ਰਭ ਕੇਰੇ ਗਾਵੇ ਰਾਮ। ਸੋ ਇਸ ਲਈ ਮਹਾਰਾਜ ਕਹਿੰਦੇ ਨਿਰਮਲ ਰਸਨਾ ਅੰਮ੍ਰਿਤ ਪੀਵੋ, ਸਦਾ ਸਹੇਲਾ ਕਰ ਲੈ ਜੀਓ। ਇਹ ਰਸਨਾ ਨੂੰ ਕਹਿੰਦੇ ਤੂੰ ਮਾਲਕ ਦੇ ਗੁਣ ਗਾ ਕੇ ਫਿਰ ਉਹ ਅੰਮ੍ਰਿਤ ਨੂੰ ਪੀ, ਜੋ ਸਾਡੇ ਮਨ ਦੀ ਖੁਰਾਕ ਹੈ, ਤੇ ਫਿਰ ਤੂੰ ਸਦਾ ਸਹੇਲਾ, ਸਦਾ ਸੁਖੀ ਆਪਣੇ ਮਨ ਨੂੰ ਕਰ ਲਾ। ਇਹਦੇ ਨਾਲ ਫਿਰ ਸਾਡੇ ਮਨ ਨੇ ਸਦਾ ਸੁਖੀ ਹੋ ਜਾਣਾ, ਨਹੀਂ ਤਾਂ ਇਹ ਸੰਸਾਰ ਦੇ ਵਿੱਚ ਦੁਖੀ ਹੁੰਦਾ ਫਿਰਦਾ ਹੈ। ਇਹ ਮਹਾਰਾਜ ਕਹਿੰਦੇ ਨੈਨੋ ਪੇਖ ਠਾਕਰ ਕਾ ਰੰਗ, ਸਾਧ ਸੰਗ ਬੈਨਸੀ ਸਭ ਸੰਗ। ਇਹਨਾਂ ਨੇਤਰਾਂ ਦੁਆਰਾ ਪਰਮਾਤਮਾ ਨੂੰ ਦੇਖ, ਮਾਲਕ ਨੂੰ ਜੋ ਸਾਹਮਣੇ, ਜੋ ਉਹਦੇ ਫਿਰੇ ਰੰਗ ਨੇ ਕੌਤਕ ਮਾਲਕ ਦੇ, ਉਹਦੇ ਦੋ ਰੂਪ, ਇੱਕ ਨਿਰਗੁਣ ਤੇ ਸਰਗੁਣ। ਜਦੋਂ ਸਾਡਾ ਮਨ ਜਾਗ ਪੈਂਦਾ, ਫਿਰ ਇਹ ਨੇਤਰਾਂ ਦੁਆਰਾ ਦੇਖਦਾ, ਸਰਗੁਣ ਦੇ ਵਿੱਚ ਵੀ ਉਹਨੂੰ ਦੇਖਦਾ ਤੇ ਨਿਰਗੁਣ 'ਚ ਵੀ ਮਾਲਕ ਨੂੰ ਦੇਖਦਾ। ਫਿਰ ਇਹ ਅਵਸਥਾ ਤਾਈਓਂ ਬਣਦੀ ਜਦੋਂ ਅਸੀਂ ਸਾਧ ਸੰਗਤ ਕਰਦੇ। ਸਾਧ ਸੰਗਤ ਕਰਨ ਦੇ ਨਾਲ ਸਾਡੇ ਅੰਦਰ ਫਿਰ ਜੋ ਪਹਿਲਾਂ ਮਨ ਇਹ ਸੰਗੀ ਬਣਿਆ ਹੁੰਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਜੋ ਇਹ ਵੈਰ ਵਿਰੋਧ ਕਰਦਾ, ਈਰਖਾ ਨਫ਼ਰਤ 'ਚ ਜਾਂਦਾ, ਫਿਰ ਇਹਨਾਂ ਦਾ ਸੰਗ ਛੁੱਟ ਜਾਂਦਾ, ਫਿਰ ਇਹ ਸਦਾ ਵਾਸਤੇ ਸੁਖੀ ਹੋ ਜਾਂਦਾ। ਪਹਿਲਾਂ ਮੋਹ 'ਚ ਵੱਜਿਆ ਹੁੰਦਾ, ਮੋਹ ਦੀਆਂ ਤੰਦਾਂ, ਮੋਹ ਦੀ ਫਾਹੀ ਪਈ ਹੁੰਦੀ ਸਾਡੇ ਗਲਾਂ ਦੇ ਵਿੱਚ, ਤੇ ਜਦੋਂ ਅਸੀਂ ਸਾਧ ਸੰਗਤ ਕਰਦੇ ਹਾਂ, ਸਾਡੀ ਫਿਰ ਇਹ ਫਾਹੀ ਜਿਹੜੀ ਫਾਸੀ ਗਲਾਂ ਦੇ ਵਿੱਚੋਂ ਕੱਟੀ ਜਾਂਦੀ ਹੈ। ਇਸ ਲਈ ਜਦੋਂ ਆਪਾਂ ਇਕੱਠੇ ਹੋ ਕੇ ਸਾਰੇ ਸਿਮਰਨ ਕਰਦੇ ਹਾਂ, ਆਪਣਾ ਜਿਹੜਾ ਮਨ ਹੈ ਇਹਨੂੰ ਫਿਰ ਸੰਤ ਵੀ ਆਖਿਆ ਤੇ ਇਹਨੂੰ ਸਾਧੂ ਵੀ ਕਹਿੰਦੇ। ਸਾਡਾ ਮਨ ਅਕਾਲ ਪੁਰਖ ਦਾ ਬੱਚਾ, ਪਰਮਾਤਮਾ ਦਾ। ਇਸ ਲਈ ਜਦੋਂ ਆਪਾਂ ਇਕੱਠੇ ਹੋ ਕੇ ਸਿਮਰਨ ਕਰਦੇ ਹਾਂ, ਫਿਰ ਕਹਿੰਦੇ ਵੀ ਇਹ ਸਾਰੇ ਭਗਤਾਂ ਦੀ ਭੀੜ ਇਕੱਠੀ ਹੋ ਕੇ ਇਹ ਸੰਤ ਜਨ ਸਾਧੂ ਜਨ ਇਹ ਜਿਹੜੀ ਜਮਾਂ ਦੀ ਫਾਸੀ, ਇਹ ਮੋਹ ਦੀ ਫਾਹੀ ਜਿਹੜੀ, ਉਹਨੂੰ ਕੱਟ ਰਹੇ ਨੇ ਮਿਲ ਕੇ ਸਿਮਰਨ ਕਰਕੇ। ਪਰਮਾਉਂਦੇ ਭਾਗਵਤ ਭੀਰ ਸਖਤ ਸਿਮਰਨ ਕੀ, ਕਾਟੀ ਗਾਲ ਪੈ ਫਾਸੀ। ਇਹ ਫਿਰ ਭਗਤਾਂ ਦੀ ਭੀੜ ਇਕੱਠੀ ਹੋ ਕੇ, ਸੰਤ ਇਕੱਠੇ ਹੋ ਗਏ, ਫਿਰ ਇਹ ਕਹਿੰਦੇ ਫਾਹੀ ਨੂੰ ਕੱਟ ਰਹੇ। ਜਿਉਂ-ਜਿਉਂ ਆਪਾਂ ਇਹ ਸਿਮਰਨ ਕਰਦੇ, ਸਾਧ ਸੰਗ ਕਰਦੇ ਹਾਂ, ਇਹਦੇ ਸਾਡੀ ਫਾਸੀ ਕੱਟੀ ਜਾਂਦੀ। ਫਿਰ ਮਹਾਰਾਜ ਕਹਿੰਦੇ ਚਰਨ ਚੱਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਇਹ ਆਪਾਂ ਨੂੰ ਕਹਿੰਦੇ ਵੀ ਇਸ ਮਾਰਗ ਦੇ ਉੱਤੇ ਚੱਲੋ, ਪਰਮਾਤਮਾ ਨੂੰ ਮਿਲਾਪ ਦੇ ਉੱਤੇ, ਜੋ ਸਾਨੂੰ ਗੁਰਬਾਣੀ ਗੁਰੂ ਦੱਸਦੇ। ਜਦੋਂ ਅਸੀਂ ਇਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਾਂਗੇ, ਸਿਮਰਨ ਅਭਿਆਸ ਕਰਾਂਗੇ, ਪ੍ਰੇਮ ਦੇ ਮਾਰਗ ਤੇ ਚੱਲਾਂਗੇ, ਜੋ ਆਪਾਂ ਨੂੰ ਫਰਮਾਉਂਦੇ ਫਿਰ ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ। ਤੇ ਆਪਾਂ ਨੂੰ ਕਹਿੰਦੇ ਵੀ ਇਹ ਮਾਰਗ ਦੇ ਉੱਤੇ ਚੱਲੋ, ਜੋ ਫਿਰ ਲਿਵਦਾ ਮਾਰਗ, ਜਿਹਨੂੰ ਪ੍ਰੇਮ ਦਾ ਮਾਰਗ ਕਹਿੰਦੇ, ਪ੍ਰੇਮ ਦਾ ਪੰਥ ਮਾਰਗ ਹੁੰਦਾ, ਰਸਤਾ ਵੀ ਇਹ ਰਸਤੇ ਤੇ ਚੱਲੋ, ਮਾਲਕ ਨੂੰ ਮਿਲਾਪ ਦੇ ਤੇ ਗੋਬਿੰਦ ਨੂੰ ਮਿਲਣ ਦੀ ਹੁਣ ਸਾਨੂੰ ਇਹ ਵਾਰੀ ਹੈ।
जो आपां नूं रोज़ समझाउंदे भाई प्राप्त मानुख दे हुरिया गोविंद मिलन की ये तेरी वारी है कि हुण तुसीं गोविंद मालिक नूं मिलाप दे रस्ते ते चलो, ਉਹਦੇ ਨਾਲ मिलाप करो। ਤੇ ਜਦੋਂ ਫਿਰ ਆਪਾਂ ਇਸ ਮਾਰਗ ਤੇ ਚੱਲਦੇ ਹਾਂ, ਸਿਮਰਨ ਕਰਦੇ ਹਾਂ, ਜਪਦੇ ਹਾਂ ਮਾਲਕ ਨੂੰ, ਫਿਰ ਥੋੜ੍ਹਾ ਜਿਹਾ ਜਪਦੇ ਹਾਂ। ਜਪਣ ਦੇ ਨਾਲ ਸਾਡੇ ਜਿਹੜੇ ਪਾਪ ਨੇ, ਇਹ ਪਾਪ ਸਾਡੇ ਮਿਟ ਜਾਂਦੇ, ਪਾਪ ਖੰਡਨ ਹੋ ਜਾਂਦੇ। ਮਿਟੇ ਪਾਪ ਜਪੀਏ ਹਰ ਬਿੰਦ, ਵੀ ਥੋੜ੍ਹਾ ਜਿਹਾ ਰਤੀ ਭਾਰੀ, ਥੋੜ੍ਹਾ ਜਿਹਾ ਮਾਲਕ ਦਾ ਅਸੀਂ ਸਿਮਰਨ ਕਰੀਏ। ਇੰਨੀ ਵਡਿਆਈ ਨਾਮ ਦੀ, ਵੀ ਸਾਡੇ ਜਿਹੜੇ ਪਾਪ ਇਸ ਜਨਮ ਦੇ ਕੀ ਜਨਮ ਜਮੰਤਰਾਂ ਦੇ ਸਾਡੇ ਮਨ ਤੇ ਲੱਗੇ ਹੋਏ ਪਾਪ ਨੇ ਜਿਹੜੇ, ਉਹ ਪਾਪਾਂ ਦੀ ਮੈਲ ਲੱਥ ਜਾਂਦੀ ਹੈ। ਇਸ ਵਰਤਾਈ ਮਾਰੇ ਫਿਰ ਸਾਨੂੰ ਫਰਮਾਉਂਦੇ ਨੇ, ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨ, ਨਾਮ ਗੋਬਿੰਦ ਕਾ ਸਦਾ ਲੀਜੇ, ਮਿਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੁਆ ਜੀਜੇ। ਕਿ ਜੋ ਸਾਡੇ ਪਾਪ ਕੀਤੇ ਹੋਏ ਚਿਰਾਂ ਦੇ, ਪਿਛਲੇ ਜਨਮਾਂ ਜਮੰਤਰਾਂ ਦੇ, ਉਹ ਵੀ ਕੱਟੇ ਜਾਂਦੇ ਜਦੋਂ ਅਸੀਂ ਮਾਲਕ ਦਾ ਨਾਮ ਜਪਦੇ। ਆਓ ਹੁਣ ਕਿਵੇਂ ਅਸੀਂ ਇਹ ਜਪ ਕੇ ਜੋ ਸਾਡੇ ਮਨ ਦੇ ਉੱਤੇ ਮੈਲ ਲੱਗੀ ਹੈ, ਮੈਲ ਕੱਟੀ ਜਾਣੀ, ਉਹਦੇ ਵਾਸਤੇ ਜੋ ਮਹਾਰਾਜ ਆਪਾਂ ਨੂੰ ਇਹ ਸਾਸ ਗਿਰਾਸ ਸਿਮਰਨ ਦੱਸਦੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
खालसा वाहिगुरु जी की फतेह। इस तरीके नाल गुरु को जदों ही आप सिमरन करते ये साडे मत ते जो मैल लगी होंगी पापां दी फिर साडे मन की मैल उतरती है, साडा जो मन है निर्मल हुंदा ते फिर इस मार्ग दे उत्ते चलण दे काबिल हुंदा है। जदों आप सिमरन करते हैं, सत्संगत करते हैं, संगत दे विच आके सानू ज्ञान दिता जाता कि किहड़ियां रुकावटां ने जिहड़ियां सानू इस मार्ग दे उत्ते चलण नहीं दिंदियां। फिर वो आपां नूं दसदे भी ये जिहड़ा वैर विरोध है, जद तक असीं किसी नाल भी वैर विरोध रखांगे असीं इह मार्ग ते चल नहीं सकदे। किसी दी असीं निंदिया करांगे ते असीं इह मार्ग ते नहीं चल सकदे। जे असीं हौमे च रवांगे तां भी नहीं असीं चलना, जे असीं लोग लज्जा च रवांगे तां असीं इस मार्ग ते नहीं चल सकदे। रुकावटां ने विच सो इस वास्ते फिर ये मार्ग है निमाणियां दा, नीवियां दा। जिन्ना असीं मन करके निमाणे होवांगे, नीवें होवांगे, फिर असीं इस मार्ग दे उत्ते चलदे। इसलिए कहते ऐसी बस संसार च रहो, हम नहीं चंगे बुरा नहीं कोई। फिर असीं काबिल हुंदे हैं इस मार्ग दे उत्ते चलण दे। वो भी जे मालिक दी बड़ी वड्डी किरपा होवे ते फिर असीं इस मार्ग दे उत्ते चलदे हैं। फिर अगे महाराज दसदे कर हर कर्म सरबन हर कथा, हर दरगाह नानक उजल मथा। महाराज कहते भी ये रसना द्वारा मुख द्वारा मालिक दे गुण गाओ, परमात्मा दा सिमरन करो, कन्ना द्वारा वो हरि दी कथा नूं सुनो, मालिक दी जो साडे अंदर मालिक बोल रहा है। ते जदों असीं फिर मुख द्वारा उहदी उस्तत करांगे, कन्ना द्वारा मालिक दी हरि दी कथा नूं सुनांगे, फिर सानू अगे दरगाह दे विच थां मिल जांदी। जो ये हरि दी कथा मालिक दी, इसनूं तीर्थ का नाम भी दिता, इसनूं परमात्मा दे चरण भी आखे। महाराज कहते गुर के चरण सरीवने तीर्थ हर नाओ, अगे दरगाह मनीए मिले नथावे थाओ। जिन्होंने कोई थां नहीं उन्होंने दरगाह च थां मिल जाती, निमाणियां नूं फिर दरगाह च थां मिल जाती। तो वह मिलती तां ही जदों असीं मालिक दे गुण गावांगे, उहदी हरि दी कथा नूं सुणांगे। हुण वो कथा साडे अंदर सब दे चल रही है, साडे सारियां दे अंदर मालिक बैठ के वो कथा करदे। हुण वो कथा नूं सुणन वास्ते आप सिमरन करदे हां ते असीं सहज विच जाना, अंतरमुखी होना। जदों असीं सहज च जावांगे फिर वो सानूं कथा सुणन। जद तक असीं बाहर मुखी हां, साडा मन विचारां च फुरनियां च सुता होया, उन्ना समा सानूं हरि दी कथा सुनाई नहीं दिंदी। जिन्ना समा असीं वो कथा नूं सुणदे नहीं, साडे दुख दर्द खत्म नहीं होंदे। इसलिए वो कथा नूं सब तो उत्तम कथा, जिसनूं गुरु अर्जन देव जी कहते सब ते उत्तम हर की कथा, नाम सुणत दर्द दुख लथा। ये साडे दुख दर्द सारे खत्म हो जाने जदों असीं वो हरि दी कथा नूं सुण लिया। फिर साडा ये दुख भी खत्म हो जाने, फिर सानूं दरगाह च थां भी मिल जानी है। ते साडा जिहड़ा जन्म मरण दा गेड़ हो गेड़ी कट्टिया जाना, असीं सदा वास्ते अमर हो जाना। वो इस वास्ते हुण आपां वो कथा नूं सुणन वास्ते ये वध तों वध सिमरन करना। गुरबाणी गुरु नूं जदों आपां पढ़दे पढ़ के विचारना खोजना ताकि साडा मन पासे न जावे, साडे मन दी मैल उतरे। वध तों वध आपां सत्संगत करनी ताकि जो गुरबाणी गुरु सानूं समझा रहे सानूं उहदी समझ लग जाए, साडे ये ज्ञान हिरदे च वस जाए। ये जो सारा ज्ञान गुरबाणी गुरु द्वारा आपां दिता महापुरखां ने, भाई साहब भाई सेवा सिंह जी धर्माला
कि जो सतगुरु आपां नूं ਇਹਦੇ ਭੇਦ ਦੇ ਰਹੇ, ਇਹ ਕਿਵੇਂ ਅਸੀਂ ਜੀਵਨ ਮੁਕਤ ਹੋਣਾ, ਕਿਵੇਂ ਸਾਡਾ ਆਵਾਗਮਨ ਦਾ ਚੱਕਰ ਖਤਮ ਹੋਣਾ, ਕਿਵੇਂ ਅਸੀਂ ਇਹਨਾਂ ਵਹਿਮਾਂ ਭਰਮਾਂ ਤੋਂ ਉੱਪਰ ਉੱਠਣਾ, ਉਹ ਫਿਰ ਸਾਰਾ ਆਪਾਂ ਨੂੰ ਗੁਰਮੁਖਾਨੀ ਗੁਰਬਾਣੀ ਗੁਰੂ ਦੁਆਰਾ ਬੜਾ ਸੌਖਾ ਕਰਕੇ ਸਮਝਾਇਆ। ਤੇ ਇਸ ਲਈ ਆਪਾਂ ਸਤਸੰਗਤ ਕਰਦੇ ਹਾਂ ਤਾਂ ਕਿ ਇਹ ਗਿਆਨ ਸਾਡੇ ਵੀ ਹਿਰਦਿਆਂ 'ਚ ਵਸ ਜੇ, ਸਾਨੂੰ ਵੀ ਸਮਝ ਲੱਗ ਜੇ, ਤੇ ਆਪਾਂ ਵੀ ਛੋਟੀ ਛੋਟੀ ਗੱਲ ਤੇ ਐਵੇਂ ਵਹਿਮਾਂ ਭਰਮਾਂ 'ਚ ਨਾ ਜਾਈਏ, ਸ਼ੰਕੇ ਨਾ ਕਰੀਏ, ਤੇ ਇੱਕ ਦਾ ਸਿਮਰਨ ਕਰਕੇ ਮਾਲਕ ਦਾ ਤੇ ਇੱਕ ਰੂਪ ਹੋ ਜਾਈਏ। ਸੋ ਇਸ ਲਈ ਹੁਣ ਹੀ ਆਪਾਂ ਆਪਣੇ ਜੀਵਨ ਦਾ ਲਾਹਾ ਖੱਟਣ ਵਾਸਤੇ ਵੱਧ ਤੋਂ ਵੱਧ ਹੀ ਅਭਿਆਸ ਕਰਨਾ ਹੈ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਦੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।